ਜ਼ਾਹਿਰ ਗੱਲ ਹੈ ਕਿ ਬੜੀ ਪਹੁੰਚ ਵਾਲੇ ਰੱਖ ਰਸੂਖ ਵਾਲੇ ਲੋਕ ਸੀਗੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਉਹਨਾਂ ਦਾ ਕਿਸੇ ਦਾ ਨਾਮ ਨਹੀਂ ਆਇਆ। ਪਰ ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਦੇਖੋ ਸੁਭਾਵਿਕ ਹੈ ਕਿ ਮਾਮਲਾ ਹੀ ਜਾ ਕੇ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਨਾਲ ਜੁੜਦਾ ਹੈ। फटकार खान की आदत हो चुकी है, लेकिन सोल्यूशन नहीं करते, ये गल करन लग जाते हैं पुरानी सरकार तो कैप्टन साहब नूं रिप्लेस कीता सी, अकाउंटेबिलिटी फिक्स कीती। ਉਹ ਜਨਾਬ ਗੱਲ ਹੋ ਰਹੀ ਹੈ ਤੁਹਾਡੇ ਰਾਜ ਦੇ ਸਮੇਂ 125 ਬੰਦਿਆਂ ਦੇ ਮਰਨ ਦੀ। ਤੁਹਾਡੇ ਐਮਐਲਏ, ਤੁਹਾਡੇ ਲੀਡਰ ਅਵੈਧ ਸ਼ਰਾਬ ਵੇਚਦੇ ਸੀਗੇ। ਉਸ ਸਮੇਂ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਔਰ ਮਾਫੀਆ ਰਾਜ ਚੱਲਦਾ ਸੀਗਾ, ਔਰ ਕਿਉਂਕਿ ਇਹਨਾਂ ਨੇ ਸ਼ਰਾਬ ਦੇ ਰੇਟਸ ਬਹੁਤ ਹਾਈ ਕੀਤੇ ਹੋਏ ਸੀਗੇ, ਉਸ ਕਰਕੇ ਸਮਗਲਿੰਗ ਵੀ ਬਹੁਤ ਹੁੰਦੀ ਸੀ ਔਰ ਗੈਰ ਕਾਨੂੰਨੀ ਧੰਦਾ ਵੀ ਬਹੁਤ ਜ਼ਿਆਦਾ ਹੁੰਦਾ ਸੀਗਾ। ਕਿ 100 ਤੋਂ ਵਧੇਰੇ ਲੋਕ ਨਜਾਇਜ਼ ਸ਼ਰਾਬ ਪੀਣ ਕਾਰਨ ਮਾਰੇ ਗਏ, ਉਹਦੇ ਲਈ ਨਿਆਂ ਤੇ ਇਨਸਾਫ ਦੀ ਗੱਲ ਸੁਪਰੀਮ ਕੋਰਟ ਕਰ ਰਹੀ ਹੈ। ਦੇਖੋ ਉਹ ਇਸ ਤੰਦ ਨਾਲ ਜੋੜ ਕੇ ਆਪਾਂ ਉਸ ਚੀਜ਼ ਤੇ ਪੋਚਾ ਨਹੀਂ ਨਾ ਜੀ ਫੇਰ ਸਕਦੇ। पंजाब दे विच भी सिमिलर मोडस ऑपरेंडी, सिमिलर पॉलिसी, रलदी मिलदी पॉलिसी, रलदे मिलदे पॉलिसी मेकर्स ने। सो की इस इशू दा वो एक्साइज पॉलिसी दे नाल कोई कनेक्शन तां नहीं है? ਜਿਹੜੇ ਕਿ ਵੱਡੇ ਕਾਰੋਬਾਰੀ ਨੇ, ਹੋ ਸਕਦਾ ਉਹ ਐਮਐਲਏਜ਼ ਵੀ ਹੋਣ, ਕਿਉਂਕਿ ਜਿਹੜੇ ਏਰੀਆਜ਼ ਵਿੱਚੋਂ ਇਹ ਸਪਿਰਿਟ ਜਿਹੜੀ ਸਮਗਲ ਹੋ ਕੇ ਗਈ ਹੈ, ਉੱਥੇ ਪਤਾ ਚੱਲਿਆ ਸੀ ਕਿ ਉਸ ਸਮੇਂ ਦੇ ਐਮਐਲਏਜ਼ ਜਿਹੜੇ ਹੈ ਉਹ ਜਾਂ ਉਹਨਾਂ ਦੇ ਨਜ਼ਦੀਕੀ ਜਿਹੜੇ ਆ ਉਹ ਇਨਵੋਲਵਡ ਸੀਗੇ। एक्शन ले लेंदे, नहीं लिया गया क्योंकि कीता ही किसी ने कुछ नहीं गलत है कर रहे हैं। ये तो इन्ना वारी आनी है, अजय तो 6 महीने हुए हैं। हर्षप्रीत जी अजय तो 6 महीने हुए हैं, कुछ नहीं करते। ये तो पता लग गया कि आम आदमी पार्टी का फेलियर है। ਹੋਰ ਵੀ ਅੰਦਰ ਹੋਣਗੇ ਤੁਹਾਡੇ। मेरा तो सिद्धू साहब यही कहना है भी सानू तो लोगों ने फतवा देता, ਅਸੀਂ ਤਾਂ ਕੈਪਟਨ ਸਾਹਿਬ ਨੂੰ ਰਿਪਲੇਸ ਕਰਤਾ ਸੀਗਾ, ਅਕਾਊਂਟੇਬਿਲਿਟੀ ਫਿਕਸ ਕਰਤੀ ਸੀ। ਜੇ ਸਾਡੀ ਗੱਲ ਕਰ ਰਹੇ ਹੋ ਤਾਂ ਆਪਦੇ ਸੀਐਮ ਨੂੰ ਰਿਪਲੇਸ ਕਰੋਗੇ, ਇਸ ਮੁੱਦੇ ਤੇ ਫੇਲ ਹੋਣ ਕਰਤੀ ਜਾਂ ਨਹੀਂ? ਭਾਵੇਂ ਉਸ ਵੇਲੇ ਜਿਹੜੇ 100 ਤੋਂ ਵੱਧ ਮਰ ਗਏ ਨੇ, ਉਹਨਾਂ ਨੂੰ ਕੈਪਟਨ ਸਾਹਿਬ ਗਏ ਸਨ, ਇੱਕ ਸਮਾਗਮ ਰੱਖਿਆ ਸੀ, 5-5 ਲੱਖ ਰੁਪਏ ਦਿੱਤਾ ਗਿਆ। ਉਸ ਵੇਲੇ ਵੀ ਇੱਕ ਪ੍ਰਸ਼ਨ ਉੱਠਿਆ ਸੀ, ਆਵਾਜ਼ ਉੱਠੀ ਸੀ ਕਿ ਇਹ ਕੀ ਮਨੁੱਖੀ ਜ਼ਿੰਦਗੀ ਦੀ ਕੀਮਤ ਹੈ ਜਿਹੜੀ 5 ਲੱਖ ਹੈ। ਵੀ ਜਿਹੜੇ ਲੇਬਰਰ ਸੀਗੇ ਉਸ ਫੈਕਟਰੀਜ਼ ਦੇ ਵਿੱਚ ਕੰਮ ਕਰਦੇ ਸੀਗੇ, ਕਿਵੇਂ ਨਾ ਕਿਵੇਂ ਮਾਮਲੇ ਨੂੰ ਤੁੱਥ-ਮੁੱਥ ਕਰਕੇ ਇੱਕ ਖਤਮ ਕਰਨ ਦੀ ਸਾਜ਼ਿਸ਼ ਤਹਿਤ ਉਹਨਾਂ ਗਰੀਬਾਂ ਨੂੰ ਹੀ ਇਸ ਮਸਲੇ ਦੇ ਵਿੱਚ ਸਾਰਾ ਲਪੇਟਿਆ ਗਿਆ ਤੇ ਉਹਨਾਂ ਨੂੰ ਚਾਰਜਸ਼ੀਟ ਕੀਤਾ ਗਿਆ। ਤੇ ਹਾਲਾਂਕਿ ਹੈਰਾਨੀ ਇੱਥੇ ਇਹ ਹੋ ਜਾਂਦੀ ਆ ਵੀ ਹੁਣ ਵੀ ਮੌਜੂਦਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ, ਉਹਨਾਂ ਦੇ ਅਵੇਲੇਬਲ ਨਾਨ ਅਵੇਲੇਬਲ ਵਾਰੰਟ ਨਿਕਲੇ ਵੇ ਨੇ। ਉਹ ਕਿਹੜੇ ਕੇਸ ਦੇ ਵਿੱਚ ਨਿਕਲੇ ਵੇ ਨੇ? ਜਿਹੜੇ ਕੇਸ ਦੇ ਵਿੱਚ ਉਹਨਾਂ ਨੇ ਹਰੀਕੇ ਦੇ ਜਾ ਕੇ ਉੱਥੇ ਧਰਨਾ ਲਾਇਆ ਹੋਇਆ ਸੀਗਾ ਇਸੇ ਹੀ ਮੌਤਾਂ ਦੇ ਬਰਖਲਾਫ। ਜਿਹੜੀ ਮੌਜੂਦਾ ਸਰਕਾਰ ਆ ਇਹ ਜਮਾਂ ਹੀ ਇਹਨਾਂ ਫਰੰਟਾਂ ਤੇ ਫੇਲ ਹੋਈ ਆ, ਚਾਹੇ ਉਹ ਮਾਈਨਿੰਗ ਹੋਵੇ, ਚਾਹੇ ਮਾਫੀਆ, ਡਰੱਗ ਮਾਫੀਆ ਹੋਵੇ, ਇਨਕਲੂਡਿੰਗ ਇਹ ਲਿਕਰ ਦਾ ਮਾਫੀਆ ਵੀ ਜਿਹੜਾ। ਜੀ ਸੁਪਰੀਮ ਕੋਰਟ ਵੱਲੋਂ ਜੋ ਝਾੜ ਝੰਬ ਕੀਤੀ ਗਈ ਹੈ ਤਾਂ ਇਹ ਤਾਂ ਕੋਈ ਸਧਾਰਨ ਗੱਲ ਹੈ ਨਹੀਂ। ਮੌਜੂਦਾ ਸਰਕਾਰ ਦੀ ਰਿਸਪੌਂਸਿਬਿਲਟੀ ਤਾਂ ਫਿਕਸ ਕੀਤੀ ਜਾਂਦੀ ਹੈ ਕਿ ਕਿਉਂ ਇਸ ਮਾਮਲੇ 'ਚ ਇੰਨੀ ਅਣਗਹਿਲੀ ਜਾਂ ਅਣਦੇਖੀ ਕੀਤੀ ਗਈ ਹੈ। ਜਦੋਂ ਜਦੋਂ ਆਮ ਆਦਮੀ ਪਾਰਟੀ ਫੇਲ ਹੁੰਦੀ ਹੈ, ਚਾਹੇ ਉਹ ਲਾਅ ਐਂਡ ਆਰਡਰ ਦਾ ਮਸਲਾ ਹੋਵੇ, ਚਾਹੇ ਉਹ ਗੈਂਗ ਕਲਚਰ ਦਾ ਮਸਲਾ ਹੋਵੇ, ਚਾਹੇ ਉਹ ਗਨ ਕਲਚਰ ਦਾ ਮਸਲਾ ਹੋਵੇ, ਚਾਹੇ ਉਹ ਇਲਿਸਿਟ ਲਿਕਰ ਦਾ ਹੋਵੇ, ਨਜਾਇਜ਼ ਸ਼ਰਾਬ ਦਾ ਹੋਵੇ, ਕਿਸੇ ਦਾ ਵੀ ਹੋਵੇ, ਇਹ ਪੁਰਾਣੀ ਸਰਕਾਰ ਤੇ ਚਲੇ ਜਾਂਦੇ ਹੈ। 5 ਸਾਲ ਸਰਕਾਰ ਛੋਟੀ ਹੈ, ਜ਼ਿੰਮੇਵਾਰੀ ਸਟੇਟ ਦੀ ਛੋਟੇ ਤੇ ਹੈ। ਇਹ ਤੁਸੀਂ ਕੰਮ ਨਹੀਂ ਕਰੋਗੇ, ਪਹਿਲਾਂ ਨਹੀਂ ਸਰਕਾਰ ਦੇ ਕਿੰਨੇ ਮਹੀਨੇ ਹੋਏ ਜ਼ਿਆਦਾ ਰਿਜ਼ਾਈਨ ਕਰ ਦੋ, ਜ਼ਿਆਦਾ ਰਿਜ਼ਾਈਨ ਕਰ ਦੋ ਵੀ ਸਾਡੇ ਤੋਂ ਹੁੰਦਾ ਨਹੀਂ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸੁਪਰੀਮ ਕੋਰਟ ਇੱਕ ਅਜਿਹੇ ਮੁੱਦੇ ਤੇ ਪੰਜਾਬ ਨੂੰ ਝਟਕਾ ਦਿੱਤਾ ਗਿਆ, ਖਾਸ ਤੌਰ ਤੇ ਨਜਾਇਜ਼ ਸ਼ਰਾਬ ਦਾ ਜਦੋਂ ਮਾਮਲਾ ਸੁਪਰੀਮ ਕੋਰਟ 'ਚ ਆਇਆ, ਉਹ ਵੀ ਸਧਾਰਨ ਤਰੀਕੇ ਨਾਲ ਨਹੀਂ। ਦੇਸ਼ ਦੇ ਮੰਨੇ ਪ੍ਰਮੰਨੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਉਹਨਾਂ ਵੱਲੋਂ ਜਦੋਂ ਮਾਮਲਾ ਲਿਆਂਦਾ ਗਿਆ ਸੁਪਰੀਮ ਕੋਰਟ 'ਚ, ਹੇਠਲੀ ਅਦਾਲਤ ਜੋ ਸੁਪਰੀਮ ਕੋਰਟ 'ਚ ਪੁੱਜਿਆ
ਤਾਂ ਕਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਝਾੜ-ਝੰਮ ਕੀਤੀ ਹੈ ਕਿ ਨਜਾਇਜ਼ ਸ਼ਰਾਬ ਦੇ ਮਾਮਲਿਆਂ ਵਿੱਚ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ, ਕੌਣ ਹੈ ਅਸਲ ਦੋਸ਼ੀ, ਨਜਾਇਜ਼ ਫੈਕਟਰੀਆਂ ਚਲਾਉਣ ਵਾਲੇ ਕਿੰਨੇ ਮਾਲਕ ਫੜੇ ਗਏ, ਜਿਹੜੇ ਵੱਡੇ ਕਾਰੋਬਾਰੀ ਹੈ ਨਜਾਇਜ਼ ਧੰਦਾ ਕਰਨ ਵਾਲੇ ਕਿੰਨਿਆਂ ਵਿਰੁੱਧ ਕਾਰਵਾਈ ਹੋਈ ਹੈ। ਅਜਿਹਾ ਨਹੀਂ ਹੈ ਕਿ ਮਾਮਲਾ ਮੌਜੂਦਾ ਸਰਕਾਰ ਦੇ ਨਾਲ ਜੁੜਿਆ ਹੋਇਆ ਹੈ। ਇਸ ਦੀਆਂ ਤੰਦਾਂ ਪਿਛਲੀ ਸਰਕਾਰ, ਖਾਸ ਤੌਰ 'ਤੇ ਕੈਪਟਨ ਅਮਰਿੰਦਰ ਦੀ ਸਰਕਾਰ, ਜਿਸ ਦੇ ਸਮੇਂ 'ਚ 100 ਤੋਂ ਵਧੇਰੇ ਲੋਕ ਨਜਾਇਜ਼ ਸ਼ਰਾਬ ਪੀਣ ਕਾਰਨ ਮਾਰੇ ਗਏ, ਉਹ ਵੀ ਨਾਲ ਲੱਗਦੇ ਜ਼ਿਲ੍ਹਿਆਂ ਦੇ ਤਰਨਤਾਰਨ, ਬਟਾਲਾ, ਅੰਮ੍ਰਿਤਸਰ। ਬਹੁਤ ਵੱਡਾ ਮਾਮਲਾ ਹੈ। ਜਦੋਂ ਸਰਕਾਰਾਂ ਇਹ ਗੱਲ ਕਰਦੀਆਂ ਕਿ 5 ਲੱਖ ਰੁਪਏ ਦਾ ਮੁਆਵਜ਼ਾ, ਕੀ ਕਿਸੇ ਮਨੁੱਖੀ ਜਾਨ ਦੀ ਕੀਮਤ 5 ਲੱਖ ਰੁਪਏ ਹੈ? ਸੁਪਰੀਮ ਕੋਰਟ ਨੇ ਵੱਡੇ ਸਵਾਲ ਖੜੇ ਕੀਤੇ ਹੈ। ਇਹਨਾਂ ਮੁੱਦਿਆਂ 'ਤੇ ਮੈਂ ਤੁਹਾਡੇ ਨਾਲ ਮਹਿਮਾਨਾਂ ਦੀ ਜਾਣ ਪਹਿਚਾਣ ਕਰਾਉਣ ਤੋਂ ਪਹਿਲਾਂ ਆਓ ਇਹ ਸਾਰੇ ਮਾਮਲੇ 'ਤੇ ਕੀ ਹੈ ਘਟਨਾਕ੍ਰਮ ਇੱਕ ਆਪਾਂ ਝਾਤ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਗੈਰ ਕਾਨੂੰਨੀ ਸ਼ਰਾਬ 'ਤੇ ਕਿਸ ਢੰਗ ਨਾਲ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਪਟੀਸ਼ਨ ਕਰਤਾ ਦਾ ਜਿਹੜਾ ਪੱਖ ਹੈ, ਉਹਨਾਂ ਵੱਲੋਂ ਵੱਡੇ ਪੱਧਰ 'ਤੇ ਜਿਹੜਾ ਹੋਇਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ ਹੈ, ਉਹ ਸਾਰੇ ਮਾਮਲੇ ਨੂੰ ਜਿੱਦਾਂ ਮੈਂ ਕਮੈਂਟ ਕੀਤਾ ਹੈ, ਸੀਨੀਅਰ ਐਡਵੋਕੇਟ ਵਕੀਲ ਪ੍ਰਸ਼ਾਂਤ ਭੂਸ਼ਣ ਉਹਨਾਂ ਵੱਲੋਂ ਇਹ ਮੁੱਦਾ ਸੁਪਰੀਮ ਕੋਰਟ ਦੇ 'ਤੇ ਰੱਖਿਆ ਗਿਆ, ਜਿਹਨੂੰ ਲੈ ਕੇ ਹੁਣ ਸਾਰੀਆਂ ਤੰਦਾਂ ਸਾਹਮਣੇ ਆ ਰਹੀਆਂ ਜੀ। ਜਦੋਂ ਆਪਾਂ ਇਹਨਾਂ ਮੁੱਦਿਆਂ 'ਤੇ ਗੱਲ ਕਰਦੇ ਹਾਂ ਤਾਂ ਪੁਲਿਸ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਦਾ ਮਾਮਲਾ ਵੀ ਬਹੁਤ ਵੱਡਾ ਸਵਾਲ ਹੈ। ਜਦੋਂ ਵੀ ਕਦੇ ਮਾਮਲਾ ਹੁੰਦਾ ਹੈ, 100 ਲੋਕਾਂ ਦਾ ਮਰਨਾ ਕੋਈ ਪਹਿਲੀ ਵਾਰ ਇੱਦਾਂ ਨਹੀਂ, ਪਹਿਲਾਂ ਵੀ ਇੱਦਾਂ ਦੀਆਂ ਕਈ ਵਾਰੀ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਪਰ ਵੱਡਾ ਸਵਾਲ ਇਹ ਹੈ ਕਿ ਕੀ ਇਹ ਸਧਾਰਨ ਲੋਕਾਂ ਦਾ ਕਰ ਹੈ ਜਿਸ ਤਰੀਕੇ ਨਾਲ ਮਾਮਲਿਆਂ ਨੂੰ ਛੱਡ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਵੱਡੇ ਕਾਰੋਬਾਰੀ ਹੈ, 2 ਨੰਬਰ ਦਾ ਕਾਰੋਬਾਰ ਕਰਨ ਵਾਲੇ ਹੈ। ਇਹ ਮਾਮਲਾ ਜਿਹੜਾ ਇਸ ਮਾਮਲੇ ਨੂੰ ਉਜਾਗਰ ਕਰਦਾ ਹੈ। ਕਿਸੇ ਵੀ ਪੁਲਿਸ ਅਫਸਰ ਦਾ, ਵੱਡੇ ਨੇਤਾ ਦਾ ਜਾਂ ਕਾਰੋਬਾਰੀ ਦਾ ਨਾਂ ਇਸ ਮਾਮਲੇ 'ਚ ਚਾਰਜਸ਼ੀਟ ਸ਼ਾਮਲ ਹੈ ਕਿ ਨਹੀਂ ਹੈ? ਸੁਪਰੀਮ ਕੋਰਟ ਸਵਾਲ ਉਠਾ ਰਿਹਾ, ਕੋਈ ਸਧਾਰਨ ਸਵਾਲ ਨਹੀਂ ਹੈ ਜੀ। ਜੇ ਆਪਾਂ ਇਸ ਸਮੇਂ ਦੀ ਗੱਲ ਕਰਦੇ ਹਾਂ ਤਾਂ 2019 31 ਮਈ ਤੋਂ ਲੈ ਕੇ 2031 ਤੱਕ ਪੰਜਾਬ ਸਰਕਾਰ ਦਾ ਜਿਹੜਾ ਪੱਖ ਹੈ, ਉਹਨਾਂ ਦਾ ਦਾਅਵਾ ਹੈ ਕਿ 34,767 ਮਾਮਲੇ ਦਰਜ ਕੀਤੇ ਗਏ। ਬਿਲਕੁਲ ਸਹੀ ਹੈ, ਤੱਥਾਂ ਦੀ ਗੱਲ ਹੈ। ਤੇ ਪੰਜਾਬ ਐਕਸਾਈਜ਼ ਐਕਟ ਜਿਹੜਾ 1914 ਤਹਿਤ ਮਾਮਲੇ ਦਰਜ ਕੀਤੇ ਗਏ ਆ, ਇਹਦੇ ਬਾਰੇ ਵੀ ਕੋਈ ਦੋ ਰਾਏ ਨਹੀਂ। ਕਾਨੂੰਨ ਦੀ ਧਾਰਾ ਮੁਤਾਬਕ ਬਣਦੇ ਆ, ਮਾਮਲੇ ਦਰਜ ਵੀ ਹੋਏ ਆ ਜੀ। ਕੁੱਲ ਜਿਹੜੇ ਹੈਗੇ ਆ 1270 ਸ਼ਰਾਬ ਦੇ ਗੈਰ ਕਾਨੂੰਨੀ ਯੂਨਿਟਾਂ ਦਾ ਖਾਤਮਾ ਕੀਤਾ ਗਿਆ। ਇੱਥੇ ਮੈਂ ਗੱਲ ਦਰਸ਼ਕਾਂ ਦੇ ਧਿਆਨ 'ਚ ਇਹ ਵੀ ਲਿਆਉਣਾ ਚਾਹੁੰਦਾ ਕਿ ਕਈ ਵਾਰੀ ਜਿਹੜਾ ਦਰਿਆਵਾਂ ਦੇ ਕਿਨਾਰਿਆਂ 'ਤੇ ਜਿਹੋ ਜਿਹੀਆਂ ਥਾਵਾਂ 'ਤੇ ਵੀ ਯੂਨਿਟ ਹੁੰਦੇ ਆ ਗੈਰ ਕਾਨੂੰਨੀ ਢੰਗ ਨਾਲ, ਜਦੋਂ ਉਹਨਾਂ ਨੂੰ ਖਾਤਮਾ ਕੀਤਾ ਜਾਂਦਾ ਤਦ ਵੀ ਇਹਨਾਂ ਦੀ ਗਿਣਤੀ ਆਪਾਂ ਸ਼ਾਮਿਲ ਕਰ ਲੈਂਦੇ ਹਾਂ ਜੀ। ਵੱਡੀ ਗੱਲ ਹੈ, ਸੁਪਰੀਮ ਕੋਰਟ ਦੇ 2 ਜੱਜ MR ਸ਼ਾਹ ਅਤੇ ਜਸਟਿਸ MS ਸੁੰਦੇਸ਼ਰਸ਼, ਉਹਨਾਂ ਵੱਲੋਂ ਬੈਂਚ ਦੀ ਸੁਣਵਾਈ ਕੀਤੀ ਗਈ ਹੈ। ਦੋਨਾਂ ਜੱਜਾਂ ਨੇ ਜਿਹੜੇ ਮੁੱਦੇ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਹੈ, ਸਭ ਤੋਂ ਵੱਡਾ ਮੁੱਦਾ ਇਹ ਹੀ ਹੈ ਕਿ ਕੀ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਜਾਨਾਂ ਗਈਆਂ, ਉਹਨਾਂ ਜਾਨਾਂ ਦੇ ਮੁਆਵਜ਼ੇ ਦੀ ਗੱਲ ਜ਼ਰੂਰ ਕੀਤੀ ਗਈ ਹੈ, ਪਰ ਕੀ ਨਿਆਂ ਤੇ ਇਨਸਾਫ ਦੇਣ ਲਈ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ? ਸੋ ਸਾਫ਼ ਗੱਲ ਹੈ ਕਿ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਹੈ ਉਹ ਪੁਲਿਸ ਤੇ ਐਕਸਾਈਜ਼ ਵਿਭਾਗ ਜਿਹੜੀ ਉਹਦੀ ਕਾਰਵਾਈ ਹੈ ਉਹਦੇ ਤੋਂ ਨਾ ਖੁਸ਼ ਹੈ। ਅਸਲ 'ਚ ਕਿਉਂ ਨਾ ਖੁਸ਼ ਹੈ, ਕੋਈ ਇੰਨੀ ਮਾਮੂਲੀ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਜਿਹੜੇ ਇਸ ਦੇ ਪਿੱਛੇ ਸਾਰੇ ਅਸਲ ਦੋਸ਼ੀ ਹੈ, ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕੋਈ ਸੰਜੀਦਾ ਯਤਨ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ ਜੀ। ਸਥਿਤੀ ਜਿਸ ਤਰੀਕੇ ਨਾਲ ਬਣੀ ਵੀ ਹੈ, ਸਵਾਲ ਇਹ ਵੀ ਹੈ ਕਿ ਕੀ ਹੁਣ ਤੱਕ ਦੀਆਂ ਜਿਹੜੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਹੈ ਕਿਸੇ ਸ਼ਰਾਬ ਬਣਾਉਣ ਵਾਲੀ ਕੰਪਨੀ ਦਾ ਲਾਇਸੈਂਸ ਰੱਦ ਕੀਤਾ? ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਲਾਇਸੈਂਸ ਤਾਂ ਜ਼ਰੂਰ ਰੱਦ ਕੀਤਾ ਗਿਆ ਹੋਵੇਗਾ, ਪਰ ਕੀ ਉਸ ਤੋਂ ਕੋਈ ਅਗਲੀ ਕਾਰਵਾਈ ਹੋਈ ਹੈ? ਆਪਾਂ ਇਸ ਪੱਖ ਨੂੰ ਵੀ ਜਾਣਾਂਗੇ। ਪੂਰੇ ਮਾਮਲੇ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਇਹ ਗੱਲ ਬਹੁਤ ਵੱਡੀ ਹੈ ਕਿ ਸਾਰੇ ਮਾਮਲੇ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਕੇਵਲ ਜਿਹੜਾ ਹੈਗਾ ਇੱਕ ਤੋਂ ਦੂਜਿਆਂ ਦੇ ਉੱਪਰ ਦੋਸ਼ ਸੁੱਟੇ ਜਾਣਾ ਆਪਣੇ ਆਪ ਨੂੰ ਨਿਆਂ ਜਾਂ ਇਨਸਾਫ ਦੀ ਕੜੀ ਨਾਲ ਨਹੀਂ ਜੋੜਿਆ ਜਾ ਸਕਦਾ ਜੀ। ਇਸ ਮੁੱਦੇ ਤੇ ਜਿਨ੍ਹਾਂ ਮੁੱਦਿਆਂ ਤੇ ਸੁਪਰੀਮ ਕੋਰਟ ਵੱਲੋਂ ਸਵਾਲ ਉਠਾਏ ਗਏ ਆ, ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਉਹਨਾਂ ਮੁੱਦਿਆਂ ਤੇ ਆਪਾਂ ਮਹਿਮਾਨਾਂ ਤੋਂ ਸਵਾਲ ਲਵਾਂਗੇ। ਸਾਡੇ ਨਾਲ ਵੱਖ-ਵੱਖ ਮੁੱਦਿਆਂ ਦੇ ਜਿਹੜੇ ਮਹਿਮਾਨ ਜੁੜੇ ਆ, RPS ਮਲਹੋਤਰਾ ਨੇ, ਹਾਕਮ ਧਿਰ ਜਾਣੀ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਹਰਦੀਪ ਖਡਿਆਲ ਜੀ,
ਪੰਜਾਬ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਬੁਲਾਰੇ ਜਾਣੀ ਕਿ ਕਾਂਗਰਸ ਦੇ ਬੁਲਾਰੇ ਨੇ। ਇਸੇ ਤਰੀਕੇ ਨਾਲ ਸਾਡੇ ਜਿਹੜੇ ਹੈਗੇ ਰਾਜਸੀ ਵਿਸ਼ਲੇਸ਼ਕ ਬੂਟਾ ਸਿੰਘ ਬਰਾਗੀ ਜੀ ਉਹ ਵੀ ਸਾਡੇ ਨਾਲ ਜੁੜ ਚੁੱਕੇ ਆ। ਇੱਕ ਵੱਡਾ ਚਿਹਰਾ ਹੋਰ ਜਿਹੜਾ ਸਾਡੇ ਨਾਲ ਇਹ ਸਾਰੀ ਸਥਿਤੀ ਦੇ ਵਿੱਚ ਜੁੜਿਆ ਮੋਹਨ ਸ਼ਰਮਾ ਜੀ, ਨਸ਼ਾ ਛਡਾਊ ਕੇਂਦਰ ਸੰਗਰੂਰ ਦੇ ਡਾਇਰੈਕਟਰ ਨੇ। ਸਾਰੇ ਮਹਿਮਾਨਾਂ ਦਾ ਤੁਹਾਡੇ ਵੱਲੋਂ ਮੈਂ ਸਵਾਗਤ ਕਰਦਾ ਹਾਂ, ਜੀ ਆਖਦਾ ਸਾਰਿਆਂ ਨੂੰ। ਮਲਹੋਤਰਾ ਜੀ, ਕਾਇਦੇ ਮੁਤਾਬਕ ਪਹਿਲਾ ਸਵਾਲ ਆਪਣੇ ਕੋਲ ਹੀ ਬਣਦਾ ਹੈ। ਸੁਪਰੀਮ ਕੋਰਟ ਦੇ ਤੱਥਾਂ ਬਾਰੇ ਆਪਾਂ ਜਾਣਕਾਰੀ ਦਿੱਤੀ ਹੈ, ਤੁਸੀਂ ਵੀ ਸੁਣਿਆ ਧਿਆਨ ਦੇ ਨਾਲ। ਕੀ ਵਜ੍ਹਾ ਹੈਗੀ ਹੈ ਕਿ ਇੰਨਾ ਨੁਕਸਾਨ, ਜਾਨੀ ਨੁਕਸਾਨ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਦੀ ਐਡੀ ਵੱਡੀ ਨਾਰਾਜ਼ਗੀ ਕਿ ਕਿਉਂ ਨਹੀਂ ਜਿਹੜੀ ਹੈਗੀ ਇਹਦੇ 'ਤੇ ਪੁਸ਼ਤਾ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਹੋਈ ਹੈ? ਕਿ ਸਰਕਾਰਾਂ ਦੀ ਨਲਾਇਕੀ ਜਾਂ ਅਣਗਹਿਲੀ ਨਜ਼ਰ ਆਉਂਦੀ ਹੈ ਇਸ ਟਿੱਪਣੀ 'ਚੋਂ ਮਲਹੋਤਰਾ ਜੀ? ਹਾਂਜੀ ਸਿੱਧੂ ਸਾਹਿਬ, ਇਹ ਜਿਹੜੀ ਕੱਲ ਆਪਾਂ ਨੂੰ ਸੁਪਰੀਮ ਕੋਰਟ ਦੀ ਟਿੱਪਣੀ ਸੁਣਨ ਨੂੰ ਮਿਲੀ ਹੈਗੀ ਹੈ, ਬਿਲਕੁਲ ਇਹ ਸਪਸ਼ਟ ਤੌਰ ਤੇ ਪੰਜਾਬ ਸਰਕਾਰ ਦੇ ਅਗੇਂਸਟ ਹੈਗੀ ਹੈ। ਉਹ ਪੰਜਾਬ ਸਰਕਾਰ ਜਿਹੜੀ ਹੈ ਇੱਕ ਐਂਟੀਟੀ ਹੈਗੀ ਹੈ, ਉਹਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ 2 ਸਾਲਾਂ ਦੇ ਦੌਰਾਨ 3 ਸੀਐਮ ਜਿਹੜੇ ਆ ਉਹ ਬਦਲ ਗਏ ਹੈਗੇ। ਔਰ ਇਹ ਜਿਹੜਾ ਮਾਮਲਾ ਹੈਗਾ ਇਹ ਸੈਪਟੈਂਬਰ 2020 ਦੇ ਨਾਲ ਰਿਲੇਟਡ ਹੈਗਾ, ਜਦੋਂ ਕਿ ਆਪਾਂ ਨੂੰ ਯਾਦ ਹੈ ਸਾਰਿਆਂ ਨੂੰ ਕਰੀਬ 125 ਪੰਜਾਬ ਦੇ ਬਸ਼ਿੰਦੇ ਜਿਹੜੇ ਹੈ ਉਹ ਗੈਰ ਕਾਨੂੰਨੀ ਸ਼ਰਾਬ ਦੇ ਕਾਰਨ ਮੌਤ ਦੇ ਘਾਟ ਉਤਰ ਗਏ ਸੀਗੇ ਜੀ। ਔਰ ਉਸ ਸਮੇਂ ਦੀ ਸਰਕਾਰ ਨੇ ਜੋ ਉਸ ਸਮੇਂ ਕਾਰਵਾਈ ਕੀਤੀ, ਜੋ FIR ਉਸ ਟਾਈਮ ਲਿਖੀ ਗਈ, ਜਿਹੜੇ ਵੀ ਕਸੂਰਵਾਰ ਸੀਗੇ ਜਾਂ ਇਹਨਾਂ ਨੇ ਜਿਨ੍ਹਾਂ ਨੂੰ ਕਸੂਰਵਾਰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਾਰਾ ਜਿਹੜੇ ਕਮੈਂਟਸ ਹੈਗੇ ਆ ਉਸ ਤੇ ਹੈਗੇ ਆ। ਔਰ ਬੜੇ ਸਪਸ਼ਟ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਜਿਹੜੇ ਅਸਲੀ ਦੋਸ਼ੀ ਸੀਗੇ, ਜ਼ਾਹਿਰ ਗੱਲ ਹੈ ਕਿ ਬੜੀ ਪਹੁੰਚ ਵਾਲੇ ਰੱਖ ਰਸੂਖ ਵਾਲੇ ਲੋਕ ਸੀਗੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਉਹਨਾਂ ਦਾ ਕਿਸੇ ਦਾ ਨਾਮ ਨਹੀਂ ਆਇਆ। ਔਰ ਜਿਹੜੇ ਗਰੀਬ ਲੋਕ ਸੀਗੇ, ਜਿਹੜੇ ਅੱਗੇ ਛੋਟੇ-ਮੋਟੇ ਧੰਦੇ ਕਰਦੇ ਸੀਗੇ, ਉਹਨਾਂ ਨੂੰ ਜਿਹੜਾ ਹੈ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ। ਔਰ ਇੱਕ ਵਾਰੀ ਫਿਰ ਸਾਡੇ ਸਾਹਮਣੇ ਇਹ ਆਇਆ ਹੈਗਾ ਕਿ ਕਿਸ ਤਰੀਕੇ ਨਾਲ ਉਸ ਸਮੇਂ ਦੀ ਸਰਕਾਰ ਵਿੱਚ ਭ੍ਰਸ਼ਟਾਚਾਰ ਔਰ ਮਾਫੀਆ ਰਾਜ ਚੱਲਦਾ ਸੀਗਾ। ਔਰ ਕਿਉਂਕਿ ਇਹਨਾਂ ਨੇ ਸ਼ਰਾਬ ਦੇ ਰੇਟਸ ਬਹੁਤ ਹਾਈ ਕੀਤੇ ਹੋਏ ਸੀਗੇ, ਉਸ ਕਰਕੇ ਸਮਗਲਿੰਗ ਵੀ ਬਹੁਤ ਹੁੰਦੀ ਸੀ ਔਰ ਗੈਰ ਕਾਨੂੰਨੀ ਧੰਦਾ ਵੀ ਬਹੁਤ ਜ਼ਿਆਦਾ ਹੁੰਦਾ ਸੀਗਾ। ਮਲਹੋਤਰਾ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ, ਮਲਹੋਤਰਾ ਆਈ ਸੌਰੀ, ਮੈਂ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ। ਦੇਖੋ, ਪਿਛਲੀ ਸਰਕਾਰ ਵੇਲੇ ਗੈਰ ਕਾਨੂੰਨੀ ਧੰਦੇ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਸਾਰਾ ਵਰਤਾਰਾ ਵਾਪਰਿਆ, ਉਹ ਸਰਕਾਰ ਨੂੰ ਆਪਾਂ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੇ, ਤੁਸੀਂ ਵਾਜਬ ਫਰਮਾ ਰਹੇ ਹੋ। ਪਰ ਸਵਾਲ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ, ਪਿਛਲੀ ਸਰਕਾਰ ਦੀ ਨੁਕਤਾਚੀਨੀ ਕਰਕੇ ਤਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ ਨਾ ਮਲਹੋਤਰਾ ਜੀ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੇਖੋ, ਲੇਕਿਨ ਜਿਹੜੀ FIR ਹੈਗੀ ਹੈ ਉਹ ਉਸ ਸਮੇਂ ਜਿਹੜੀ ਲਿਖੀ ਗਈ, ਉਸ ਵਿੱਚ ਹੁਣ ਜਿਹੜੀ ਫਰੈਸ਼ ਇਨਵੈਸਟੀਗੇਸ਼ਨ ਕਰਕੇ ਹੋਰ ਐਡੀਸ਼ਨਸ ਕਰਨ ਦੀ ਲੋੜ ਪਏਗੀ। ਪਰ ਕਿਉਂਕਿ ਸਾਡੀ ਸਰਕਾਰ ਨੂੰ ਆਇਆ ਹਜੇ 6 ਮਹੀਨੇ ਹੀ ਹੋਏ ਹੈਗੇ ਹੈ, ਬਹੁਤ ਕੁਝ ਅਸੀਂ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਐਕਸਾਈਜ਼ ਐਕਟ ਵਿੱਚ ਕਾਫੀ ਜ਼ਿਆਦਾ ਚੇਂਜਸ ਕੀਤੀਆਂ ਹੈਗੀਆਂ ਔਰ ਲਿਕਰ ਦੇ ਰੇਟਸ ਜਿਹੜੇ ਹੈ ਬਹੁਤ ਘੱਟ ਕੀਤੇ ਹੈਗੇ ਆ। ਉਸ ਦੇ ਨਾਲ ਜਿਹੜੇ ਕਾਰਨ ਸੀਗੇ ਇਸ ਟ੍ਰੈਜੇਡੀ ਦੇ, ਉਹਨਾਂ ਨੂੰ ਐਡਰੈਸ ਕਰਨ ਵਿੱਚ ਮਦਦ ਮਿਲੀ ਹੈਗੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਹੁਣ ਇੱਕ ਪ੍ਰੋਪਰ ਸਟੈਂਡਰਡਾਈਜ਼ਡ ਆਈਟਮ ਜਿਹੜੀ ਹੈ ਉਹ ਕੰਜ਼ਿਊਮ ਕਰਨ ਨੂੰ ਮਿਲ ਰਹੀ ਹੈ ਔਰ ਸਮਗਲਿੰਗ ਔਰ ਗੈਰ ਕਾਨੂੰਨੀ ਸ਼ਰਾਬ ਜਿਹੜੀ ਹੈ ਉਹ ਬਹੁਤ ਹੱਦ ਤੱਕ ਘਟ ਗਈ ਹੈ। ਮਲਹੋਤਰਾ ਜੀ, ਬਿਲਕੁਲ ਵਾਜਬ ਗੱਲ, ਤੁਸੀਂ ਵਾਜਬ ਗੱਲ ਫਰਮਾ ਰਹੇ ਹੋ ਕਿ ਮੌਜੂਦਾ ਜਿਹੜੀ ਸਰਕਾਰ ਹੈ ਉਹ ਕੁਆਲਿਟੀ ਦੀ ਸ਼ਰਾਬ ਦੇ ਰਹੀ ਹੈ, ਇੱਦਾਂ ਦਾ ਕੋਈ ਤਾਂ ਕਿ ਮੰਦਭਾਗਾ ਕਾਰਾ ਮੁੜ ਕੇ ਨਾ ਵਾਪਰੇ। ਪਰ ਸਵਾਲ ਹੈ, ਜੀ ਤੁਸੀਂ ਆਪ ਹੀ ਗੱਲ ਕੀਤੀ ਕਿ 100 ਤੋਂ ਵਧੇਰੇ ਲੋਕ ਨਜਾਇਜ਼ ਸ਼ਰਾਬ ਪੀਣ ਕਾਰਨ ਮਾਰੇ ਗਏ, ਉਹਦੇ ਲਈ ਨਿਆਂ ਤੇ ਇਨਸਾਫ ਦੀ ਗੱਲ ਸੁਪਰੀਮ ਕੋਰਟ ਕਰ ਰਹੀ ਹੈ। ਦੇਖੋ, ਉਹ ਇਸ ਤੰਦ ਨਾਲ ਜੋੜ ਕੇ ਆਪਾਂ ਉਸ ਚੀਜ਼ ਤੇ ਪੋਚਾ ਨਹੀਂ ਨਾ ਜੀ ਫੇਰ ਸਕਦੇ। ਬਿਲਕੁਲ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੈਗਾ ਕਿ ਸਾਡੀ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਹੋਰ ਜ਼ਿਆਦਾ ਜਾਂਚ ਕਰਨ ਦੀ ਲੋੜ ਹੈਗੀ ਹੈ। ਔਰ ਜਿਹੜੇ ਅਸਲ ਦੋਸ਼ੀ ਨੇ, ਜਿਹੜੇ ਕਿ ਵੱਡੇ ਕਾਰੋਬਾਰੀ ਨੇ, ਹੋ ਸਕਦਾ ਉਹ MLAs ਵੀ ਹੋਣ, ਕਿਉਂਕਿ ਜਿਹੜੇ ਏਰੀਆਜ਼ ਵਿੱਚੋਂ ਇਹ ਸਪਿਰਿਟ ਜਿਹੜੀ ਹੈ ਸਮਗਲ ਹੋ ਕੇ ਗਈ ਹੈ, ਉੱਥੇ ਪਤਾ ਚੱਲਿਆ ਸੀ ਕਿ ਉਸ ਸਮੇਂ ਦੇ MLAs ਜਿਹੜੇ ਹੈ ਉਹ ਜਾਂ ਉਹਨਾਂ ਦੇ ਨਜ਼ਦੀਕੀ ਜਿਹੜੇ ਆ ਉਹ ਇਨਵੋਲਵਡ ਸੀਗੇ। ਸੋ ਸਾਡੀ ਸਰਕਾਰ ਨੂੰ ਇਸ ਮਾਮਲੇ ਨੂੰ ਥੋੜਾ ਹੋਰ ਗਹਿਰਾਈ ਵਿੱਚ ਜਾਂਚਣ ਦੀ ਲੋੜ ਹੈ ਤੇ ਇੱਕ ਸਪਲੀਮੈਂਟਰੀ ਜਿਹੜੀ ਹੈ FIR ਜਾਂ ਚਾਰਜ ਸ਼ੀਟ ਫਾਈਲ ਕਰਨ ਦੀ ਲੋੜ ਹੈ, ਜਿਸ ਦੇ ਨਾਲ ਜਿਹੜੇ ਅਸਲ ਦੋਸ਼ੀ ਹੈਗੇ ਆ
ਜਿਨ੍ਹਾਂ ਨੇ ਇਹ ਸਾਰਾ ਸਾਹਮਣੇ ਆਉਣ, ਬਿਲਕੁਲ ਚਲਾਇਆ ਜਿਹੜਾ ਔਰ ਇਸ ਤੋਂ ਫਾਇਦਾ ਅਸਲ ਉਠਾਉਂਦੇ ਦੋਸ਼ੀ ਨੇ, ਸਾਹਮਣੇ ਹੋਣਾ ਉਹਨਾਂ ਦੇ ਚਾਹੀਦੇ। ਉੱਤੇ ਮਲਹੋਤਰਾ ਜੀ ਕਾਰਵਾਈ ਹੋ ਬਿਲਕੁਲ ਇਸ ਮੁੱਦੇ ਤੇ ਜਨਾਬ ਮੈਂ ਫੇਰ ਆਵਾਂਗਾ ਸਵਾਲ ਲੈ ਕੇ। ਬਿਲਕੁਲ ਮਾਮਲਾ ਹੀ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਂਦਾ ਹੈ। ਖੜਿਆਲ ਜੀ, ਮੁੱਖ ਵਿਰੋਧੀ ਧਿਰ ਪੰਜਾਬ ਕਾਂਗਰਸ ਜਿਹੜੀ ਭੂਮਿਕਾ ਆਪਣੀ ਨਿਭਾ ਰਹੀ ਹੈ, ਪਰ ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ, ਦੇਖੋ ਸੁਭਾਵਿਕ ਹੈ ਕਿ ਮਾਮਲਾ ਹੀ ਜਾ ਕੇ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਨਾਲ ਜੁੜਦਾ ਹੈ। ਹੁਣ ਸੁਪਰੀਮ ਕੋਰਟ ਦੇ ਜਿੱਦਾਂ ਦਾ ਇਹ ਮਾਮਲਾ ਉੱਠਿਆ ਹੈ, ਮੌਜੂਦਾ ਸਰਕਾਰ ਦਾ ਕਟਹਿਰੇ 'ਚ ਖੜਿਆ ਹੁੰਦੀ ਹੈ, ਪਰ ਪਿਛਲੀ ਸਰਕਾਰ ਵੇਲੇ ਜਿਹੜਾ ਐਡਾ ਵੱਡਾ ਵਰਤਾਰਾ ਵਾਪਰਿਆ, ਮਲਹੋਤਰਾ ਜੀ ਕਹਿ ਰਹੇ ਕਿ ਕੇਸ ਇਸ ਢੰਗ ਨਾਲ ਕਮਜ਼ੋਰ ਕੀਤੇ ਗਏ ਜਾਂ ਇੱਦਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਜਿਹਦੇ ਕਰਕੇ ਇੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤੇ ਪੰਜਾਬ ਐਡੇ ਵੱਡੇ ਦੁਖਾਂ ਦਾ ਸਾਹਮਣਾ ਕਰ ਰਿਹਾ ਹੈ। ਜੀ ਖੜਿਆਲ ਸਾਹਿਬ, ਪਹਿਲਾਂ ਤਾਂ ਸਿੱਧੂ ਸਾਹਿਬ ਜ਼ਰੂਰੀ ਗੱਲ ਜੋ ਕਹਿਣੀ ਬਣਦੀ ਆ ਉਹ ਇਹ ਹੈ ਕਿ ਸਾਡੀ ਜਦੋਂ ਸਰਕਾਰ ਸੀ, ਜਿਹੜੇ ਕਲਪ੍ਰਿਟ ਸੀ, ਅਸੀਂ ਉਹਨਾਂ ਦੇ ਖਿਲਾਫ ਸਟਰਨ ਐਕਸ਼ਨ ਲਿਆ। ਉਹਨਾਂ ਕਲਪ੍ਰਿਟਸ ਦੇ ਖਿਲਾਫ ਐਕਸ਼ਨ ਤਾਂ ਲਿਆ ਹੀ ਗਿਆ ਤੇ ਚਾਰਜ ਸ਼ੀਟ ਹੈਜ਼ ਆਲਸੋ ਬੀਨ ਫਾਈਲਡ ਇਨ ਦ ਕੋਰਟ, ਦੇ ਹੈਵ ਬੀਨ ਚਾਰਜ ਸ਼ੀਟਡ। ਦੂਜੀ ਗੱਲ, ਸਾਡੀ ਗੱਲ ਕਰਕੇ ਮਲਹੋਤਰਾ ਸਾਹਿਬ, ਜੇ ਤਾਂ ਇਸ ਮਸਲੇ ਦਾ ਹੱਲ ਹੁੰਦਾ ਹੈ ਤਾਂ ਕਰੋ। ਸਾਡੀ ਗੱਲ ਵਾਰ-ਵਾਰ ਕਰਕੇ ਜੇ ਇਸ ਗੱਲ ਦਾ ਹੱਲ ਹੁੰਦਾ ਤਾਂ ਵਾਰ-ਵਾਰ ਕਰ ਲਓ, ਲੇਕਿਨ ਜੇ ਨਹੀਂ ਹੁੰਦਾ ਤਾਂ ਇਸ ਚੀਜ਼ ਦਾ ਅਹਿਸਾਸ ਕਰਵਾਓ ਆਪਦੀ ਪਾਰਟੀ ਨੂੰ ਕਿ ਸਰਕਾਰ ਆਪਣੀ ਹੈ ਜੀ। 6 ਮਹੀਨੇ ਤੁਸੀਂ ਕਹਿ ਰਹੇ ਹੋ ਆਏ ਹੋਏ, 6 ਮਹੀਨੇ ਕਿੱਥੇ, ਤੁਹਾਨੂੰ 7.5 ਮਹੀਨੇ ਹੋ ਗਏ ਮਲਹੋਤਰਾ ਸਾਹਿਬ। ਆਪਦੀ ਸਰਕਾਰ ਦਾ ਟਾਈਮ ਹੀ ਘਟਾਉਣ ਲੱਗ ਗਏ ਮਲਹੋਤਰਾ ਸਾਹਿਬ ਤੁਸੀਂ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਅਸੀਂ ਹਰੇਕ ਐਸਪੈਕਟ ਤੇ ਫੇਲ ਹੋਏ ਆ। ਤੇ ਮੁੱਦੇ ਦੀ ਗੱਲ ਇਹ ਹੈ ਕਿ ਦੇਖੋ, ਪੰਜਾਬ ਸਰਕਾਰ ਡਿਸਾਈਡ ਕਰਦੀ ਹੈ ਏਜੀ ਆਫਿਸ ਕੌਣ ਚਲਾਊਗਾ। ਏਜੀ ਆਫਿਸ ਚੋਂ ਲਾਇਰਸ ਜਾਂਦੇ ਆ ਸਟੇਟ ਨੂੰ ਰਿਪਰੈਜ਼ੈਂਟ ਕਰਨ ਲਈ, ਤੇ ਪਹਿਲੀ ਦਫਾ ਨਹੀਂ ਹੈ ਵੀ ਸਰਕਾਰ ਨੂੰ ਫਟਕਾਰ ਲੱਗੀ ਹੋਵੇ, ਪਹਿਲਾਂ ਵੀ ਬੜੀ ਦਫਾ ਹੋ ਚੁੱਕਿਆ ਸਿੱਧੂ ਸਾਹਿਬ। ਇਹਨਾਂ ਨਾਲ ਜਦੋਂ ਸੁਪਰੀਮ ਕੋਰਟ ਐਫੀਡੇਵਿਟ ਦਿੱਤਾ ਸੀਗਾ ਉਦੋਂ ਵੀ ਪੰਜਾਬ ਕੰਟਰੀਬਿਊਟ ਕਰਦਾ ਪੋਲਿਊਸ਼ਨ, ਉਦੋਂ ਫਟਕਾਰ ਲੱਗੀ। ਅੱਜ ਇੱਥੇ ਜਦੋਂ ਫਾਲਸ ਕੇਸ ਦਰਜ ਕੀਤੇ ਉਦੋਂ ਹਾਈ ਕੋਰਟ ਨੇ ਫਟਕਾਰ ਲਾਈ, ਜਦੋਂ ਹੋਰ ਚੀਜ਼ਾਂ ਹੋਈਆਂ ਉਦੋਂ ਕੋਰਟ ਨੇ ਫਟਕਾਰ ਲਈ। ਸੋ ਆਮ ਆਦਮੀ ਪਾਰਟੀ ਨੂੰ ਫਟਕਾਰ ਖਾਣ ਦੀ ਆਦਤ ਹੋ ਚੁੱਕੀ ਹੈ, ਲੇਕਿਨ ਇਹ ਸੋਲੂਸ਼ਨ ਨਹੀਂ ਕਰਦੇ, ਇਹ ਗੱਲ ਕਰਨ ਲੱਗ ਜਾਂਦੇ ਆ ਪੁਰਾਣੀ ਸਰਕਾਰ ਦੇ। ਹੁਣ ਕੈਪਟਨ ਸਾਹਿਬ ਨੂੰ ਰਿਪਲੇਸ ਕੀਤਾ ਸੀ, ਅਕਾਊਂਟੇਬਿਲਿਟੀ ਫਿਕਸ ਕੀਤੀ ਕਿ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਰਿਪਲੇਸ ਕਰੋਗੇ ਮਲਹੋਤਰਾ ਸਾਹਿਬ, ਵੀ ਉਹ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਸਕੇ, ਕਿ ਤੁਹਾਡੀ ਸਰਕਾਰ ਐਕਸ਼ਨ ਲਊਗੀ ਉਹ ਮਿਨਿਸਟਰੀ ਦੇ ਖਿਲਾਫ, ਉਹ ਅਫੀਸ਼ੀਅਲ ਦੇ ਖਿਲਾਫ, ਉਹ ਮਿਨਿਸਟਰ ਦੇ ਖਿਲਾਫ ਜਿਨ੍ਹਾਂ ਨੇ ਇਸ ਚੀਜ਼ ਦਾ ਹੱਲ ਨਹੀਂ ਕਰਵਾਇਆ। ਨੰਬਰ 4 ਸਿੱਧੂ ਸਾਹਿਬ, ਜ਼ਰੂਰੀ ਗੱਲ, ਦਿੱਲੀ ਦੀ ਐਕਸਾਈਜ਼ ਪਾਲਿਸੀ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਐਕਸਾਈਜ਼ ਪਾਲਿਸੀ ਦੀ, ਦਾਰੂ ਦੀ, ਇਲਿਸਿਟ ਲਿਕਰ ਦੀ ਗੱਲ ਹੁੰਦੀ ਹੈ, ਆਮ ਆਦਮੀ ਪਾਰਟੀ ਦਾ ਜ਼ਿਕਰ ਹੁੰਦਾ ਹੈ। ਇਹਨਾਂ ਦੇ ਸਿਸੋਦੀਆ ਸਾਹਿਬ ਤੇ FIR ਹੋਈ ਹੈ, ਇਹਨਾਂ ਦੇ ਪਿੱਛੇ ਈਡੀ ਦੇ ਰਡਾਰ ਤੇ ਨੇ, CBI ਦੇ ਰਡਾਰ ਤੇ ਨੇ। ਤੇ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਇਹਨਾਂ ਨੇ ਬਣਾਈ ਸੀਗੀ, ਉਹ ਬਣਾ ਕੇ ਜਦੋਂ ਗਵਰਨਰ ਸਾਹਿਬ ਕੋਲੇ ਭੇਜੀ ਤੇ ਗਵਰਨਰ ਸਾਹਿਬ ਕਹਿੰਦੇ ਇਨਕੁਆਇਰੀ ਹੋਊਗੀ, ਕਹਿੰਦੇ ਅਸੀਂ ਤਾਂ ਜੀ ਵਾਪਸ ਲੈ ਲੈਣੇ ਨੇ, ਕੈਂਸਲ ਕਰਤੀ ਪਾਲਿਸੀ। ਦੇਖੋ ਖੜਿਆਲ ਜੀ, ਦੇਖੋ ਖੜਿਆਲ ਜੀ, ਮੈਂ ਤੁਹਾਨੂੰ ਇੱਥੇ ਟੋਕਣਾ ਚਾਹਾਂਗਾ ਕਿ ਬਿਲਕੁਲ ਜਦੋਂ ਆਪਾਂ ਦਿੱਲੀ ਦੀ ਐਕਸਾਈਜ਼ ਪਾਲਿਸੀ ਦੀ ਗੱਲ ਕਰਦੇ ਹਾਂ ਜਾਂ ਹੋਰ ਇਸ ਇਸ਼ੂ ਤੇ ਗੱਲ ਕਰਦੇ ਹਾਂ, ਪਰ ਜਿਹੜਾ ਸੁਪਰੀਮ ਕੋਰਟ ਦਾ ਮਾਮਲਾ, ਦੇਖੋ ਬੜੀ ਸਪਸ਼ਟ ਜਿਹੀ ਗੱਲ ਹੈ। ਉਹਨਾਂ ਨੇ ਉਸੇ ਸਮੇਂ ਦੀ ਗੱਲ ਕੀਤੀ ਹੈ ਜਿਸ ਸਮੇਂ 'ਚ ਐਡਾ ਵੱਡਾ ਦਿਖਾਂਤ ਵਾਪਰਿਆ, ਤਾਂ ਉਹਦੇ ਵੇਲੇ ਤੇ ਹੀ ਮਲਹੋਤਰਾ ਜੀ ਬਾਰ-ਬਾਰ ਕਹਿ ਰਹੇ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੀ ਬਾਰ-ਬਾਰ ਗੱਲ ਕਰਦੇ ਆ, ਉਹ ਇਸ ਕਰਕੇ ਵੀ ਬਾਰ-ਬਾਰ ਕਹਿ ਰਹੇ ਕਿ ਪਿਛਲੀ ਸਰਕਾਰ ਨੇ ਕੇਸ ਨੂੰ ਕਮਜ਼ੋਰ ਕੀਤਾ ਜਾਂ ਇਹਨਾਂ ਦੇ ਬੰਦਿਆਂ ਨੂੰ ਹੱਥ ਨਹੀਂ ਪਾਇਆ, ਜਿਹਦੇ ਕਰਕੇ ਸਥਿਤੀ ਬਣੀ ਹੈ ਸੁਪਰੀਮ ਕੋਰਟ ਤੋਂ ਝਾੜ ਖਾਣੀ ਪੈ ਰਹੀ ਹੈ, ਇਹ ਕਿਹਾ ਜਾ ਰਿਹਾ ਹੈ। ਸਿੱਧੂ ਸਾਹਿਬ, ਮੈਂ ਕਿਉਂ ਇਹਦਾ ਜ਼ਿਕਰ ਕਰ ਰਿਹਾ ਹਾਂ ਵੀ ਦਿੱਲੀ ਦੀ ਐਕਸਾਈਜ਼ ਪਾਲਿਸੀ ਦਾ ਆਪਣਾ ਇੱਥੇ ਕਨੈਕਸ਼ਨ ਕੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਸਿਮਿਲਰ ਮੋਡਸ ਆਪਰੈਂਡੀ, ਸਿਮਿਲਰ ਪਾਲਿਸੀ, ਰਲਦੀ ਮਿਲਦੀ ਪਾਲਿਸੀ, ਰਲਦੇ ਮਿਲਦੇ ਪਾਲਿਸੀ ਮੇਕਰਸ ਨੇ। ਸੋ ਕੀ ਇਸ ਇਸ਼ੂ ਦਾ ਉਹ ਐਕਸਾਈਜ਼ ਪਾਲਿਸੀ ਦੇ ਨਾਲ ਕੋਈ ਕਨੈਕਸ਼ਨ ਤਾਂ ਨਹੀਂ ਹੈ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ? ਸਾਡਾ ਸਵਾਲ ਮਲਹੋਤਰਾ ਸਾਹਿਬ ਨੂੰ ਇਹ ਹੈ, ਕਿਉਂਕਿ ਪਹਿਲਾਂ ਸਿਸੋਦੀਆ ਸਾਹਿਬ ਤੇ FIR ਹੋ ਚੁੱਕੀ ਹੈ, ਦਿੱਲੀ ਦੀ ਐਕਸਾਈਜ਼ ਪਾਲਿਸੀ ਕੁਐਸਚਨ ਚ ਆ ਚੁੱਕੀ ਹੈ, ਸਵਾਲ ਉਹਤੇ ਚੱਲ ਉੱਠੇ ਹੈ, ਤਾਂ ਪੰਜਾਬ ਜਵਾਬ ਲੈ ਲਓ ਜੀ। ਸੋ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ, ਸਾਹਿਬ ਆਪਾਂ ਜਵਾਬ ਲੈ ਲਈਏ ਕਿ ਐਕਸਾਈਜ਼ ਪਾਲਿਸੀ ਕਰਕੇ ਮਾਮਲਾ ਕਮਜ਼ੋਰ ਪੈ ਰਿਹਾ, ਆਪਾਂ ਜਵਾਬ ਲੈ ਲਈਏ ਜੀ। ਮਲਹੋਤਰਾ ਜੀ ਜਾਨਣਾ ਚਾਹੁੰਦੇ ਮਲਹੋਤਰਾ ਸਾਹਿਬ ਤੋਂ। ਮਲਹੋਤਰਾ ਜੀ, ਦੇਖੋ ਮੁੱਦਾ ਕੀ ਹੈ ਤੇ ਗੱਲ ਕੀ ਕਰ ਰਹੇ ਹੈਗੇ ਆ, ਇਹ ਤਾਂ ਉਲਟਾ ਚੋਰ ਡਾਂਟੇ ਕੋਤਵਾਲ ਕੋ। ਉਹ ਜਨਾਬ ਗੱਲ ਹੋ ਰਹੀ ਹੈ ਤੁਹਾਡੇ ਰਾਜ ਦੇ ਸਮੇਂ 125 ਬੰਦਿਆਂ ਦੇ ਮਰਨ ਦੀ, ਤੁਹਾਡੇ MLA, ਤੁਹਾਡੇ ਲੀਡਰ ਅਵੈਧ ਸ਼ਰਾਬ ਵੇਚਦੇ ਸੀਗੇ, ਤੁਸੀਂ ਉਹਨਾਂ ਤੇ ਕਾਰਵਾਈ ਨਹੀਂ ਕੀਤੀ, ਤੁਸੀਂ ਦਿੱਲੀ ਵੱਲ ਭੱਜ ਜਾਂਦੇ ਹੋ। ਤੁਸੀਂ ਪੰਜਾਬ ਦੀ ਗੱਲ ਕਰੋ, ਤੁਸੀਂ ਕਿਹੜੇ MLA ਤੇ FIR ਕੀਤੀ, ਤੁਸੀਂ ਕਿਹੜੇ ਲੀਡਰ ਤੇ FIR ਕੀਤੀ?
ਗੱਲ ਇਹ ਹੈਗੀ ਆ, ਮੁੱਦਾ ਇਹ ਹੈਗਾ ਤੁਸੀਂ ਬੇੜਾ ਗਰ ਕਰਤਾ ਪੰਜਾਬ ਦਾ ਮਾਫੀਆ ਚਲਾ ਕੇ। ਜਦੋਂ ਤੁਸੀਂ ਫਸਣ ਲੱਗਦੇ ਹੋ ਤੁਸੀਂ ਦਿੱਲੀ ਵੱਲ ਭੱਜ ਜਾਂਦੇ ਹੋ। ਦਿੱਲੀ ਵਿੱਚ ਕੀ ਹੋਇਆ ਹੈਗਾ? ਇੱਕ ਬੰਦੇ ਤੇ ਵੀ FIR ਨਹੀਂ ਹੋਈ ਉੱਤੇ ਪ੍ਰੋਪਰ। ਫੜਿਆ ਕਿਉਂ ਨਹੀਂ ਉਹਨਾਂ ਨੇ ਸਿਸੋਦੀਆ ਨੂੰ ਹੁਣ ਤੱਕ? ਜਿਹੜਾ ਮਲਹੋਤਰਾ ਜੀ ਆ ਗਈ ਗੱਲ ਆਪਾਂ ਬਾਕੀ ਮਹਿਮਾਨਾਂ ਦੇ ਕਮੈਂਟਸ ਵੀ ਲੈ ਲਈਏ। ਖੜਿਆਲ ਸਾਹਿਬ ਸੰਖੇਪ ਵਿੱਚ ਕਮੈਂਟਸ, ਕਿਉਂਕਿ ਤੁਹਾਡੇ ਬਾਰੇ ਗੱਲ ਕੀਤੀ ਗਈ ਹੈ ਪਰ ਬਾਕੀ ਮਹਿਮਾਨ ਵੀ ਇੰਤਜ਼ਾਰ ਕਰ ਰਹੇ ਆਪਣੀ ਗੱਲ ਕਹਿਣ ਦੇ ਲਈ। ਮੇਰਾ ਤਾਂ ਸਿੱਧੂ ਸਾਹਿਬ ਇਹੀ ਕਹਿਣਾ ਵੀ ਸਾਨੂੰ ਤਾਂ ਲੋਕਾਂ ਨੇ ਫਤਵਾ ਦੇਤਾ, ਅਸੀਂ ਤਾਂ ਕੈਪਟਨ ਸਾਹਿਬ ਨੂੰ ਰਿਪਲੇਸ ਕਰਤਾ ਸੀਗਾ, ਅਕਾਊਂਟੇਬਿਲਿਟੀ ਫਿਕਸ ਕਰਤੀ ਸੀ। ਜੇ ਸਾਡੀ ਗੱਲ ਕਰ ਰਹੇ ਹੋ ਤਾਂ ਆਪਦੇ CM ਨੂੰ ਰਿਪਲੇਸ ਕਰੋਗੇ ਇਸ ਮੁੱਦੇ ਤੇ ਫੇਲ ਹੋਣ ਕਰਕੇ ਜਾਂ ਨਹੀਂ? ਦੂਜੀ ਗੱਲ, FIR ਮਲਹੋਤਰਾ ਸਾਹਿਬ ਕਹਿੰਦੇ ਵੀ ਕੋਈ ਵੀ ਠੀਕ ਤਰੀਕੇ ਨਾਲ ਨਹੀਂ ਜੀ ਦਿੱਲੀ ਦੇ ਵਿੱਚ ਹੋਈ। ਭਾਈ ਸਾਹਿਬ FIR ਫੁੱਲ ਫਲੇਜਡ ਹੋਈ ਹੈ, ਤੁਸੀਂ ਥੋੜੀ ਡਿਸਾਈਡ ਕਰਨਾ ਵੀ ਠੀਕ ਹੈ ਕਿ ਗਲਤ ਹੈ, ਕੋਰਟ ਨੇ ਡਿਸਾਈਡ ਕਰਨਾ ਹੈ। ਆਪਾਂ ਜਵਾਬ ਲੈਣੇ ਆ ਮਲਹੋਤਰਾ ਜੀ ਆਣਾ ਤੁਹਾਡੇ ਵੱਲ। ਸਿੱਧੂ ਸਾਹਿਬ ਇਹਨਾਂ ਨੇ ਜਵਾਬ ਇਹ ਨਹੀਂ ਦਿੱਤਾ। ਮੈਂ ਇਹਨਾਂ ਨੂੰ ਕਿਉਂ ਸਵਾਲ ਪੁੱਛਿਆ, ਦਿੱਲੀ ਦੀ ਐਕਸਾਈਜ਼ ਪਾਲਿਸੀ, ਪੰਜਾਬ ਦੀ ਐਕਸਾਈਜ਼ ਪਾਲਿਸੀ, ਆ ਇਸ਼ੂ ਰਿਲੇਟਡ ਤਾਂ ਨਹੀਂ? ਤੁਸੀਂ ਦੱਸੋ ਜਿਹੜੇ ਚਲੋ ਆਪਾਂ ਜਵਾਬ ਲੈ ਲਈਏ ਖੜਿਆਲ ਜੀ, ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈਣੇ ਆ। ਮੈਨੂੰ ਇੰਟਰਪਟ ਕਰੋਗੇ ਮਲਹੋਤਰਾ ਸਾਹਿਬ, ਜੇ ਇੰਟਰਪਟ ਕਰੋਗੇ ਮੈਂ ਤੁਹਾਡੇ ਟਾਈਮ ਲਗਾਤਾਰ ਬੋਲੂੰ। ਤੁਸੀਂ ਝੂਠ ਬੋਲਿਆ, ਤੁਸੀਂ ਗਲਤ ਬੋਲਿਆ, ਮੈਂ ਤੁਹਾਨੂੰ ਰੋਕਿਆ ਨਹੀਂ। ਹੁਣ ਮੇਰੇ ਟਾਈਮ 'ਚ ਨਾ ਬੋਲੋ, ਮੈਂ ਤੁਹਾਡੇ ਟਾਈਮ 'ਚ ਲਗਾਤਾਰ ਬੋਲੂੰਗਾ, ਨਹੀਂ ਤਾਂ ਸੁਣ ਲਓ। ਮੈਂ ਸਿੱਧੂ ਸਾਹਿਬ ਇੱਕ ਲਾਸਟ ਪੁਆਇੰਟ ਹੈ, ਮੇਰਾ ਲਾਸਟ ਪੁਆਇੰਟ ਹੈ, ਸਿਰਫ ਇੰਨਾ ਹੀ ਕਹਿਣਾ ਵੀ ਮਲਹੋਤਰਾ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ 7 ਮਹੀਨਿਆਂ ਦੇ ਵਿੱਚ 7.5 ਮਹੀਨਿਆਂ ਦੇ ਵਿੱਚ ਤੁਸੀਂ ਇਸ ਮੁੱਦੇ ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ? ਕਿ ਇਹਦਾ ਆ ਗਈ ਗੱਲ, ਬਿਲਕੁਲ ਆ ਗਈ ਗੱਲ ਖੜਿਆਲ ਸਾਹਿਬ, ਆਪਾਂ ਜਵਾਬ ਲੈ ਲਈਏ ਆ ਗਈ ਗੱਲ ਤੁਹਾਡੀ। ਇਹ ਕਹਿਣਾ ਸਿੱਧੂ ਸਾਹਿਬ ਕਿ ਇਹਦਾ ਕਨੈਕਸ਼ਨ ਪੰਜਾਬ ਦੀ ਤੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਨਾਲ ਤਾਂ ਨਹੀਂ ਹੈ ਕੋਈ? ਓਕੇ ਆ ਗਈ ਗੱਲ ਤੁਹਾਡੀ ਮਲਹੋਤਰਾ ਜੀ। ਇਹਨਾਂ ਦੇ ਡਿਪਟੀ CM ਤੇ FIR ਹੋਈ ਹੈ, ਇਹਨਾਂ ਦੇ ਪਾਲਿਸੀ ਦੇ ਸਵਾਲ ਚੁੱਕ ਰਹੇ ਹੈ। ਆਪਾਂ ਜਵਾਬ ਸੁਣ ਲਈਏ ਖੜਿਆਲ ਸਾਹਿਬ, ਆਪਾਂ ਜਵਾਬ ਸੁਣ ਲਿਆ ਮਲਹੋਤਰਾ ਜੀ ਦਾ। ਇਹ 7.5 ਮਹੀਨੇ ਦੇ ਸਵਾਲ ਚੁੱਕ ਰਹੇ ਹੈ, ਜਿਹੜਾ 1.5 ਸਾਲ ਇਹਨਾਂ ਨੇ ਕੱਢਤਾ, ਔਰ ਜਿਹੜੀ ਆਪਣੇ ਓਰੀਜਨਲ FIR ਜੋ ਆਪਣੇ MLA ਨੂੰ ਬਚਾ ਗਏ, ਆਪਣੇ ਲੀਡਰਾਂ ਨੂੰ ਬਚਾ ਗਏ, ਉਸ ਬਾਰੇ ਕੀ ਕਹਿਣਗੇ? ਆਪਾਂ ਇਹ ਸਵਾਲ ਇਹ ਜਵਾਬ ਆਪਾਂ ਜਵਾਬ ਲੈਣੇ ਆ ਬਾਕੀ ਮਹਿਮਾਨਾਂ ਤੋਂ। ਖੜਿਆਲ ਸਾਹਿਬ ਮਲਹੋਤਰਾ ਜੀ, ਤੁਹਾਡੇ ਦੋਨੋਂ ਦਾ ਵਿਊ ਪੁਆਇੰਟ ਆ ਗਿਆ, ਆਪਾਂ ਫਿਰ ਮੌਕਾ ਦੇਾਂਗੇ ਤੁਹਾਨੂੰ। ਬਾਕੀ ਮਹਿਮਾਨ ਵੀ ਸਾਡੇ ਨਾਲ ਜੁੜੇ ਆ। ਮਲਹੋਤਰਾ ਜੀ, ਆਪਾਂ ਨੂੰ ਇੱਥੇ ਵਿਰਾਮ ਦੇਣਾ ਪੈਣਾ ਤੁਹਾਨੂੰ। ਆਪਾਂ ਫਿਰ ਆਨੇ ਇਸ ਮੁੱਦੇ ਤੇ ਤੁਹਾਡੇ ਵੱਲ। ਜੇ ਕਿਸੇ MLA ਨੇ ਗਲਤ ਕੀਤਾ ਹੁੰਦਾ ਤਾਂ ਐਕਸ਼ਨ ਲੈ ਲੈਂਦੇ, ਨਹੀਂ ਲਿਆ ਗਿਆ ਕਿਉਂਕਿ ਕੀਤਾ ਹੀ ਕਿਸੇ ਨੇ ਕੁਝ ਨਹੀਂ ਗਲਤ ਹੈ। ਕਰ ਰਹੇ ਆ ਇਹ ਤਾਂ ਇਹਨਾਂ ਦੀ ਵਾਰੀ ਆਣੀ ਹੈ, ਅਜੇ ਤਾਂ 6 ਮਹੀਨੇ ਹੋਏ ਹੈ। ਅਸ਼ਪ੍ਰੀਤ ਜੀ ਸਾਡੇ ਹੋਏ ਹੈ, ਕੁਝ ਨਹੀਂ ਕਰ ਸਕਦੇ। ਇੱਥੋਂ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦਾ ਫੇਲਿਅਰ ਹੈ। ਹੋਰ ਵੀ ਅੰਦਰ ਹੋਣਗੇ ਤੁਹਾਡੇ, ਥੋੜਾ ਵੇਟ ਕਰੋ। ਪਹਿਲਾਂ ਅੰਦਰ ਦੇਖ ਲਓ ਸਿਸੋਦੀਆ ਸਾਹਿਬ ਦਾ ਕੀ ਹੋਇਆ ਹੈ, ਤੁਹਾਡੇ ਸਤਿੰਦਰ ਜੈਨ ਦਾ ਕੀ ਹੋਇਆ ਹੈ। ਮਸਾਜਾ ਤਾਂ ਉਹ ਕਰਾ ਰਹੇ ਜੇਲ੍ਹ ਦੇ ਵਿੱਚ, ਤੁਸੀਂ ਸਾਡੇ MLA ਮਲਹੋਤਰਾ ਜੀ, ਖੜਿਆਲ ਸਾਹਿਬ ਤੁਹਾਡੀ ਗੱਲ ਦੋਨੋਂ ਦਾ ਵਿਊ ਪੁਆਇੰਟ ਆ ਗਿਆ। ਦੋਨੋਂ ਤੁਸੀਂ ਸਾਡੇ ਸਰਕਾਰ ਦੇ ਮਹਿਮਾਨ ਹੋ। ਆਪਾਂ ਬਾਕੀ ਮਹਿਮਾਨਾਂ ਕੋਲੇ ਵੀ ਸਵਾਲ ਜਾਣਦੇ। ਸਤਿੰਦਰ ਜੈਨ ਜੇਲ੍ਹ ਦੇ ਵਿੱਚ ਕੀ ਕਰਦੇ ਫੜੇ ਗਏ? ਖੜਿਆਲ ਜੀ, ਹੁਣ ਉਹ ਗੱਲ ਨਾ ਛੇੜੀਏ, ਆਪਾਂ ਉਹ ਗੱਲ ਨਾ ਛੇੜੀਏ। ਮਲਹੋਤਰਾ ਜੀ ਦੇਖੋ, ਮਲਹੋਤਰਾ ਜੀ ਇਹ ਬਹਿਸ ਇਸ ਤਰ੍ਹਾਂ ਨਹੀਂ ਚੱਲੇਗੀ ਕਿ ਇਦਾਂ ਬਹਿਸ ਅੱਗੇ ਨਹੀਂ ਚੱਲੇਗੀ। ਤੁਹਾਡਾ ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਦੇਖੋ ਬਾਕੀ ਮਹਿਮਾਨ ਵੀ ਆਪਣੇ ਨਾਲ ਉਹਨੇ ਸਤਿਕਾਰਤਾ, ਆਪਾਂ ਉਹਨਾਂ ਦਾ ਵਿਊ ਪੁਆਇੰਟ ਵੀ ਲੈ ਲਈਏ। ਮੋਹਨ ਸ਼ਰਮਾ ਜੀ, ਮੇਰੀ ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ ਆਵਾਜ਼। ਮੋਹਨ ਸ਼ਰਮਾ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਵੱਡਾ ਮੁੱਦਾ ਹੈ। ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ 100 ਤੋਂ ਵਧੇਰੇ ਜਿਸ ਤਰ੍ਹਾਂ ਜਾਨਾਂ ਚਲੀਆਂ ਗਈਆਂ, ਕੈਪਟਨ ਅਮਰਿੰਦਰ ਦੀ ਸਰਕਾਰ ਤੇ ਮੌਜੂਦਾ ਸਰਕਾਰ ਵੀ ਕਟਹਿਰੇ 'ਚ ਹੈ। ਤੁਸੀਂ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਹੋ, ਬਹੁਤ ਸਾਰੇ ਮੁੱਦਿਆਂ ਨਾਲ ਵਾਹ ਪੈਂਦਾ ਹੈ। ਜੇ ਆਪਾਂ ਨਜਾਇਜ਼ ਸ਼ਰਾਬ ਦੇ ਧੰਦੇ ਤੇ ਹੀ ਗੱਲ ਕਰਦੇ ਹਾਂ ਤਾਂ ਸਰਕਾਰਾਂ ਤਾਂ ਇੱਕ ਦੂਜੇ ਤੇ ਐਲੀਗੇਸ਼ਨ ਲਾਉਂਦੀਆਂ। ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਸਿੱਧੂ ਸਾਹਿਬ, ਜੋ ਕੱਲ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਜੀ, ਉਹ ਫੈਸਲਾ ਸੁਣਨ ਤੋਂ ਬਾਅਦ ਮੇਰੇ ਜ਼ਿਹਨ 'ਚ ਇੱਕ ਸ਼ੇਅਰ ਆ ਰਿਹਾ ਹੈ ਕਿ ਮੰਨਿਆ ਕਿ ਰਾਜ ਹਨੇਰੇ ਦਾ ਹਥੀਲਾ, ਪਰ ਅਜੇ ਵੀ ਜਿਉਂਦਾ ਹੈ ਕਿਰਨਾਂ ਦਾ ਕਬੀਲਾ। ਯਾਨੀ ਇੱਕ ਰੋਸ਼ਨੀ ਦਿੱਤੀ ਹੈ ਸੁਪਰੀਮ ਕੋਰਟ ਨੇ। ਨਾਲ ਜਿਹੜਾ ਕੁਝ ਉਸ ਵੇਲੇ ਰਾਜਪੁਰੇ 'ਚ ਫੈਕਟਰੀਆਂ ਫੜੀ ਗਈ ਸ਼ਰਾਬ ਦੀ, ਖੰਨੇ 'ਚ ਫੈਕਟਰੀ ਫੜੀ ਗਈ, ਤਰਨਤਾਰਨ ਦੇ ਇਲਾਕੇ 'ਚ 100 ਤੋਂ ਵੱਧ ਨਜਾਇਜ਼ ਸ਼ਰਾਬ ਕਾਰਨ ਬੰਦੇ ਮਰ ਗਏ, ਤੇ ਉਹ ਸਭ ਕਾਸੇ ਦੇ ਜੋ ਕੁਝ ਕੇਸ ਬਣੇ ਗਏ ਹਾਈ ਕੋਰਟ ਅੱਗੇ ਸੁਪਰੀਮ ਕੋਰਟ 'ਚ ਗਿਆ। ਉਸ ਫੈਸਲੇ ਤੇ ਜੋ ਕੁਝ ਪਟੀਸ਼ਨ ਦਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ, ਉਹ ਬੜਾ ਖੂਬਸੂਰਤ ਹੈ। ਰੁਲਣ ਵਾਲਾ ਸਰਕਾਰ ਨੂੰ, ਪਿਛਲੀ ਸਰਕਾਰ ਨੂੰ, ਕਿ ਉਹ ਜਿਹੜੀ
ਜਿਹੜਾ ਵੀ ਕੁਝ ਕੀਤਾ ਗਿਆ ਉਸ ਸੰਬੰਧ ਚ ਨਿਬੇੜਨ ਵਾਸਤੇ ਉਹ ਬਚਕਾਨਾ ਤਰੀਕਾ ਸੀ। ਉਹਦੇ ਨਾਲ ਗਰੀਬਾਂ ਨੂੰ, ਜਿਹੜੇ ਲੋੜਵੰਦ ਨੇ, ਆਸ਼ਰਿਤ ਨੇ, ਦੱਬੇ ਕੁਚਲੇ ਨੇ, ਉਹਨਾਂ ਨਾਲ ਬੇਇਨਸਾਫੀ ਹੋਈ ਹੈ। ਭਾਵੇਂ ਉਸ ਵੇਲੇ ਜਿਹੜੇ 100 ਤੋਂ ਵੱਧ ਵਰਗੇ ਨੇ ਉਹਨਾਂ ਨੂੰ ਕੈਪਟਨ ਸਾਹਿਬ ਗਏ ਸਨ, ਇੱਕ ਸਮਾਗਮ ਰਚਿਆ ਸੀ, 5-5 ਲੱਖ ਰੁਪਇਆ ਦਿੱਤਾ ਗਿਆ। ਉਸ ਵੇਲੇ ਵੀ ਇੱਕ ਪ੍ਰਸ਼ਨ ਉੱਠਿਆ ਸੀ, ਆਵਾਜ਼ ਉੱਠੀ ਸੀ ਕਿ ਕੀ ਮਨੁੱਖੀ ਜ਼ਿੰਦਗੀ ਦੀ ਕੀਮਤ ਹੈ ਜਿਹੜੀ 5 ਲੱਖ ਹੈ? ਜਵਾਬ ਸੀਗਾ। ਤੇ ਨਾਲ ਹੀ ਸਾਡੇ ਸਾਹਮਣੇ ਆਇਆ ਸੀ, ਜੇ ਹੁਣ ਵੀ ਗੱਲ ਕਰ ਲਈਏ, ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ, ਪਰ ਜੋ ਕੁਝ ਮੇਰੇ ਗੱਲ ਸਾਹਮਣੇ ਆਈ ਹੈ, ਤੱਥਾਂ ਦੇ ਆਧਾਰ ਤੇ ਆਈ ਸੀ। ਜੇ ਰਾਜਪੁਰੇ ਦੀ ਫੈਕਟਰੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਆਇਆ ਸੀ ਕਿ ਜਿਹੜਾ ਮੌਜੂਦਾ ਉਸ ਵੇਲੇ MLA ਸੀ, ਮੈਂ ਨਾਂ ਨਹੀਂ ਲੈ ਰਿਹਾ, ਨਜਾਇਜ਼ ਫੈਕਟਰੀ ਜੋ ਚੱਲ ਰਹੀ ਸੀ ਉਹਦੇ ਉੱਤੇ ਉਂਗਲਾਂ ਉੱਠੀਆਂ ਸੀ ਖੁੱਲੇ ਤੌਰ ਤੇ। ਖੰਨੇ ਦੇ ਲਾਗੇ ਫੈਕਟਰੀ ਫੜੀ ਗਈ, ਉੱਥੇ ਵੀ ਸਿਆਸੀ ਬੰਦਿਆਂ ਦੀ ਉਂਗਲਾਂ ਉੱਠੀਆਂ ਸੀ। ਤਰਨਤਾਰਨ ਦੇ ਇਲਾਕੇ 'ਚ ਜਿਹੜੇ ਬੰਦੇ ਮਰੇ, ਉੱਥੇ ਵੀ ਨਜਾਇਜ਼ ਸ਼ਰਾਬ ਜਿਹੜੀ ਵਿਕਰੀ ਹੋਈ ਹੈ ਉਹਦੇ ਤੇ ਵੀ ਇਹੀ ਉੱਠਿਆ ਸੀ। ਸਪਸ਼ਟ ਤੌਰ ਤੇ ਖੁੱਲੇ ਤੌਰ ਤੇ ਇੱਕ ਸਾਰਾ ਸੀ ਕਿ ਪੈਸਾ ਤੇ ਸੱਤਾ ਦੇ ਗੱਠਜੋੜ ਨੇ ਮਨੁੱਖੀ ਜ਼ਿੰਦਗੀ ਦਾ ਘਾਣ ਕੀਤਾ। ਉਸ ਜਿਹੜਾ ਕੁਝ ਹੋਇਆ ਹੈ, ਉਸ ਵੇਲੇ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਚੱਲਦੀਆਂ ਸੀ, ਘੜਾ ਚੱਲਦੀਆਂ ਸੀ, ਈਵਨ ਕਰੋਨਾ ਪੀੜ 'ਚ ਕਰਫਿਊ ਵੀ ਰਿਹਾ, ਤਾਂ ਉਸ ਵੇਲੇ ਵੀ ਲੋਕਾਂ ਦੇ ਡਰ ਦੇ ਉੱਤੇ, ਮੂੰਹ ਮੰਗੀ ਕੀਮਤ ਦੇ ਉੱਤੇ ਲੋਕਾਂ ਨੂੰ ਸ਼ਰਾਬ ਹੈ ਜਿਹੜੀ ਨਜਾਇਜ਼ ਸ਼ਰਾਬ ਲੋਕਾਂ ਦੇ ਘਰਾਂ 'ਚ ਜਾਂਦੀ ਹੈ। ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਗੱਲ ਕੀਤੀ ਹੈ ਕਿ ਜਿਹੜੇ ਬਿਸ਼ਕੀ ਦੱਬੇ ਕੁਚਲੇ ਲੋਕ ਨੇ, ਜਿਹੜੇ ਗਰੀਬ ਲੋਕ ਨੇ, ਇਹ ਨਜਾਇਜ਼ ਧੰਦਾ ਉਹ ਕਰਦੇ ਸੀ ਜਾਂ ਬਿਸ਼ਕੀ ਪੀਣ ਵਾਲੇ ਕਰਦੇ ਸੀ? ਇੱਥੇ ਪ੍ਰਸ਼ਨ ਸਾਡੇ ਸਾਹਮਣੇ ਹੈ। ਜਿਹੜਾ ਗੰਭੀਰ ਇਹ ਮੁੱਦਾ, ਜਿਹੜਾ ਅੱਜ ਇਹ ਮੁੱਦਾ ਹੈ, ਇਹ ਵਰਤਮਾਨ ਸਰਕਾਰ ਨੂੰ ਤਾਂ ਇੱਕ ਸੁਨੇਹਾ ਹੈ, ਪੁਰਾਣੀ ਸਰਕਾਰ ਨੂੰ ਇੱਕ ਝੂਠਾ ਹੈ। ਨਾਲ ਇਹ ਵੀ ਹੈ ਕਿ ਵਰਤਮਾਨ ਸਰਕਾਰ ਜੇ ਇਸ ਤਰੀਕੇ ਨਾਲ ਕਰੇਗੀ ਜਾਂ ਇਹੋ ਜਿਹੀਆਂ ਨਜਾਇਜ਼ ਧੰਦਾ ਸ਼ਰਾਬ ਦਾ ਚੱਲੇਗਾ ਤਾਂ ਲੋਕ ਵੀ ਨਹੀਂ ਬਖਸ਼ਣਗੇ ਤੇ ਮਾਨਯੋਗ ਅਦਾਲਤ ਵੀ ਨਹੀਂ ਬਖਸ਼ੇਗੀ। ਜੀ ਦੂਜਾ ਹੁਣ ਸਰ ਇੱਕ ਛੋਟਾ ਜਿਹਾ ਸਵਾਲ ਜਿਹੜਾ ਮੈਂ ਜ਼ਰੂਰ ਅੱਗੇ ਮਹਿਮਾਨ ਉਹਨਾਂ ਤੋਂ ਵੀ ਜਿਹੜਾ ਸਵਾਲ ਲਵਾਂਗਾ, ਉਹ ਇਹ ਹੈ ਕਿ ਜਿੱਦਾਂ ਮਲਹੋਤਰਾ ਜੀ ਕਹਿ ਰਹੇ ਕਿ ਹੁਣ ਸ਼ਰਾਬ ਦੀ ਕੁਆਲਿਟੀ ਦੀ ਗੱਲ ਕਰ ਲਈਏ, ਨਜਾਇਜ਼ ਸ਼ਰਾਬ ਦਾ ਜਿਹੜਾ ਕਾਰੋਬਾਰ ਹੈ, ਜਦੋਂ ਮੌਜੂਦਾ ਸਰਕਾਰ ਆਈ ਹੈ ਤਾਂ ਇਹਨਾਂ ਨੇ ਨੱਥ ਪਾਈ ਹੈ, ਠੱਲ ਪਾਈ ਹੈ। ਤੁਸੀਂ ਜ਼ਮੀਨੀ ਹਕੀਕਤ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਦੇ ਹੋ, ਕੀ ਲੱਗਦਾ ਹੈ ਕਿ ਜਿਹੜਾ ਨਜਾਇਜ਼ ਸ਼ਰਾਬ ਦੀ ਜੇ ਆਪਾਂ ਇਕੱਲੀ ਗੱਲ ਕਰ ਲਈਏ ਤਾਂ ਠੱਲ ਪਈ ਹੈ ਇਸ ਕੰਮ ਨੂੰ? ਤਿੰਨ ਗੱਲਾਂ ਮੈਂ ਖੁੱਲੇ ਤੌਰ ਤੇ ਕਹਿ ਰਿਹਾ ਜੀ ਇਸ ਵੇਲੇ। ਇੱਕ ਪਹਿਲੀ ਗੱਲ, ਜਿਹੜੀ ਜਾਖਲ ਤੋਂ ਬਠਿੰਡੇ ਨੂੰ ਗੱਡੀ ਚੱਲਦੀ ਹੈ, ਨਜਾਇਜ਼ ਸ਼ਰਾਬ ਹੁਣ ਵੀ ਉੱਥੇ ਆ ਰਹੀ ਹੈ, ਤੇ ਉਹ ਗੱਡੀ ਦਾ ਨਾਂ ਜਿਹੜੀ ਬਠਿੰਡੇ ਤੋਂ ਜਾਖਲ ਨੂੰ ਚੱਲਦੀ ਹੈ, ਉਹਦਾ ਨਾਂ ਹੀ ਲਾਲਪਰੀ ਐਕਸਪ੍ਰੈਸ ਰੱਖਿਆ ਹੋਇਆ। ਉਸ ਤਰੀਕੇ ਨਾਲ ਰੱਖਿਆ ਹੋਇਆ ਜਿਵੇਂ ਬਠਿੰਡੇ ਤੋਂ ਬੀਕਾਨੇਰ ਨੂੰ ਗੱਡੀ ਜਾਂਦੀ ਹੈ ਨਾ, ਜਿਹਦੇ ਵਿੱਚ ਕੈਂਸਰ ਦੇ ਮਰੀਜ਼ ਹੁੰਦੇ ਨੇ, ਤੇ ਕੈਂਸਰ ਐਕਸਪ੍ਰੈਸ ਉਹਦਾ ਨਾਂ ਰੱਖਿਆ ਹੋਇਆ। ਇਸੇ ਤਰੀਕੇ ਨਾਲ ਹੀ ਇਹ ਜਿਹੜੀ ਗੱਡੀ ਜਾਖਲ ਤੋਂ ਜਾਂਦੀ ਹੈ ਬਠਿੰਡੇ ਨੂੰ, ਕਿਉਂਕਿ ਹਰਿਆਣੇ ਤੋਂ ਨਜਾਇਜ਼ ਸ਼ਰਾਬ ਆ ਰਹੀ ਹੈ ਉਸ ਗੱਡੀ ਦੇ ਵਿੱਚ, ਟ੍ਰੇਨ ਦੇ ਵਿੱਚ, ਉਹਦਾ ਨਾਂ ਲਾਲਪਰੀ ਐਕਸਪ੍ਰੈਸ ਹੈ। ਹੋਰ ਮੈਂ ਗੱਲ ਕਰਾਂਗਾ, ਜੇ ਫਲੌਡੀ ਮੁਕਤਸਰ ਤੋਂ ਫਲੌਡੀ ਨੂੰ ਬੱਸ ਜਾ ਰਹੀ ਹੈ, ਪਿੱਛੇ ਜੇ ਫੜੀ ਗਈ ਹੈ, ਉਸ ਵਿੱਚ ਭੁੱਕੀ ਦੇ ਨਾਲ ਜਾਂਦੇ ਸੀ ਰਾਜਸਥਾਨ ਤੋਂ ਸਪੈਸ਼ਲ ਬੱਸ ਜਾਂਦੀ ਸੀ, ਉਹਦਾ ਨਾਂ ਹੀ ਭੁੱਕੀ ਐਕਸਪ੍ਰੈਸ ਸੀ। ਇਹ ਤਾਂ ਵਰਤਮਾਨ ਸਰਕਾਰ ਤੋਂ ਹੋ ਰਿਹਾ ਵੀ ਭੁੱਕੀ ਐਕਸਪ੍ਰੈਸ ਵੀ ਬੱਸਾਂ ਦਾ ਨਾਂ ਰੱਖਿਆ ਹੋਇਆ ਹੈ, ਲਾਲਪਰੀ ਐਕਸਪ੍ਰੈਸ ਟ੍ਰੇਨ ਦਾ ਨਾਂ ਰੱਖਿਆ ਹੋਇਆ ਹੈ। ਇਸ ਕਰਕੇ ਮੈਂ ਨਹੀਂ ਨਸ਼ੇ ਦੇ ਮਾਮਲੇ ਕਹਾਂਗਾ ਕਿ ਮੋਹਨ ਸ਼ਰਮਾ ਜੀ ਕਾਫੀ ਹੈ ਤੁਹਾਡਾ ਕਮੈਂਟ ਇੰਨਾ ਹੀ। ਚਾਹੇ ਆਪਾਂ ਲਾਲਪਰੀ ਦੀ ਗੱਲ ਕਰ ਲਈਏ, ਚਾਹੇ ਭੁੱਕੀ ਐਕਸਪ੍ਰੈਸ ਦੀ ਗੱਲ ਕਰ ਲਈਏ, ਜ਼ਮੀਨੀ ਹਕੀਕਤਾਂ ਦੀ ਗੱਲ ਹੈ। ਬਰਾਗੀ ਜੀ, ਇਸ ਮਾਮਲੇ ਤੇ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਪਿਛਲੀ ਸਰਕਾਰ ਦੀ ਗੱਲ ਤਾਂ ਹੈ ਹੀ ਹੈ। ਮੋਹਨ ਸ਼ਰਮਾ ਜੀ ਨੇ ਕਿਹਾ ਕਿ ਕਿਸ ਤਰ੍ਹਾਂ ਫੈਕਟਰੀਆਂ ਦੀ ਗੱਲ ਕੀਤੀ ਉਹਨਾਂ ਨੇ, ਕਿਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ 'ਚ ਜੋ ਨਜਾਇਜ਼ ਧੰਦਾ ਕਾਰੋਬਾਰ ਨਜਾਇਜ਼ ਸ਼ਰਾਬ ਦਾ ਚੱਲਦਾ ਸੀ। ਮੌਜੂਦਾ ਸਰਕਾਰ ਦੇ ਸਮੇਂ 'ਚ ਵੀ ਇੱਦਾਂ ਦੀਆਂ ਵਾਰਦਾਤਾਂ ਬਹੁਤੀਆਂ ਕੋਈ ਰੁਕਦੀਆਂ ਘਟਨਾਵਾਂ ਨਜ਼ਰ ਨਹੀਂ ਆ ਰਹੀਆਂ। ਪਰ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਨਹੀਂ ਕਿ ਪਿਛਲੀਆਂ ਸਰਕਾਰਾਂ ਦੇ ਕਹਿਣ ਦੇ ਨਾਲ ਮੌਜੂਦਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੀ? ਬਿਲਕੁਲ ਜੀ ਬਰਾਗੀ ਜੀ, ਸਿੱਧੂ ਸਾਹਿਬ ਸਹੀ ਗੱਲ ਆ। ਪਹਿਲਾਂ ਮੈਂ ਮਹਿਸੂਸ ਕਰ ਰਿਹਾ ਜਿਵੇਂ ਸੁਪਰੀਮ ਕੋਰਟ ਦੀ ਟਿੱਪਣੀ ਜਾਂ ਆਪਾਂ ਹਾਲਾਤ ਪੰਜਾਬ ਦੇ ਦੇਖ ਰਹੇ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ, ਬਈ ਅਸੀਂ ਮਾਫੀਆਸ ਦੀ ਮੇਨ ਗੱਲ ਹੋ ਰਹੀ ਸੀਗੀ, ਇੱਥੇ ਰੇਤ ਮਾਫੀਆ ਦੀ ਗੱਲ ਹੋ ਰਹੀ ਸੀ, ਡਰੱਗ ਮਾਫੀਆ ਦੀ ਹੋ ਰਹੀ ਸੀ, ਇਨਕਲੂਡਿੰਗ ਲਿਕਰ, ਸ਼ਰਾਬ ਦੀ ਵੀ ਵਿੱਚ ਗੱਲ ਸੀਗੀ। ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਪਹਿਲਾਂ ਅਸ਼ੰਕੇ ਪ੍ਰਗਟਾਏ ਗਏ ਸੀਗੇ ਤੇ ਮਾਮਲਾ ਸੁਪਰੀਮ ਕੋਰਟ ਹਾਈ ਕੋਰਟ ਵਿੱਚ ਗਿਆ ਸੀਗਾ ਵੀ ਜਿਹੜੀ ਇਹ ਮਾਮਲਿਆਂ ਦੀ ਜਿਹੜੀ ਡੈਥਸ ਹੋਈ ਹੈ ਇਹਨਾਂ ਦੀ ਇਨਵੈਸਟੀਗੇਸ਼ਨ CBI ਨੂੰ ਦਿੱਤੀ ਜਾਵੇ। ਉਸ ਵੇਲੇ ਦੀ ਮੌਜੂਦਾ ਸਰਕਾਰ ਨੇ, ਉਹਨਾਂ ਦੇ ਐਡਵੋਕੇਟ ਜਨਰਲ ਆਫਿਸ ਨੇ ਐਫੀਡੈਵਿਟ ਦਿੱਤਾ ਸੀਗਾ, ਅਸੀਂ ਫੇਅਰਲੀ ਇਨਵੈਸਟੀਗੇਟ ਕਰ ਰਹੇ ਹਾਂ ਵੀ ਜਿਹੜਾ ਵੀ ਕਲਪਰੇਟ ਹੋਇਆ ਅਸੀਂ ਉਹਨੂੰ ਕਟਹਿਰੇ ਦੇ ਵਿੱਚ ਖੜੇ ਹੋਵਾਂਗੇ।
ਪਰ ਚਲਾਨ ਸਬਮਿਟ ਹੋ ਗਿਆ, ਮਾਮਲਾ ਸੁਪਰੀਮ ਕੋਰਟ ਚਲਿਆ ਗਿਆ। ਉੱਥੇ ਦੇਖਣ 'ਚ ਇਹ ਆਇਆ, ਜਿੰਨਾ ਕੁ ਮੈਂ ਪੜ੍ਹਿਆ ਸੁਣਿਆ ਵਾ, ਵੀ ਜਿਹੜੇ ਲੇਬਰਰ ਸੀਗੇ ਉਸ ਫੈਕਟਰੀਜ਼ ਦੇ ਵਿੱਚ ਕੰਮ ਕਰਦੇ ਸੀਗੇ, ਕਿਵੇਂ ਨਾ ਕਿਵੇਂ ਮਾਮਲੇ ਨੂੰ ਤੁੱਥ-ਮੁੱਥ ਕਰਕੇ ਇੱਕ ਖਤਮ ਕਰਨ ਦੀ ਸਾਜ਼ਿਸ਼ ਤਹਿਤ ਉਹਨਾਂ ਗਰੀਬਾਂ ਨੂੰ ਹੀ ਇਸ ਮਸਲੇ ਦੇ ਵਿੱਚ ਸਾਰਾ ਲਪੇਟਿਆ ਗਿਆ ਤੇ ਉਹਨਾਂ ਨੂੰ ਚਾਰਜਸ਼ੀਟ ਕੀਤਾ ਗਿਆ। ਮੈਂ ਇੱਥੇ ਮਲਹੋਤਰਾ ਜੀ ਨੂੰ ਕਰੈਕਟ ਕਰਨਾ ਚਾਹੁੰਦਾ ਵਾਂ ਬਈ, ਜੇ ਵਾਕਿਆ ਹੀ ਸੌਰੀ ਮੈਂ ਕਿਸੇ ਪਾਰਟੀ ਨੂੰ ਇੱਥੇ ਰਿਪਰੈਜ਼ੈਂਟ ਨਹੀਂ ਕਰ ਰਿਹਾ, ਮੌਜੂਦਾ ਰਿਸਪੌਂਸਿਬਿਲਟੀ ਦੀ ਗੱਲ ਹੋਈ ਆ, ਜੇ ਵੀ ਵਾਕਿਆ ਹੀ ਆਪਣੀ ਨੀਅਤ ਸਾਫ਼ ਹੁੰਦੀ ਤਾਂ ਜਿਹੜਾ ਚਲਾਨ ਆ ਉਹ ਜਿਹੜੀ ਸਬਸੀਕੁਐਂਟ FIR ਵੀ ਹੋ ਸਕਦੀ ਸੀਗੀ, ਚਲਾਨ ਆ ਜਿਹੜਾ ਫਰੈਸ਼ ਚਲਾਨ ਵੀ ਪੇਸ਼ ਹੋ ਸਕਦਾ ਸੀਗਾ, ਤੇ ਚਲਾਨ ਪੇਸ਼ ਕਰਨ ਦਾ ਟਾਈਮ 3 ਮਹੀਨੇ ਆ ਜਿੱਥੇ 10 ਸਾਲ ਤੋਂ ਘੱਟ ਆ। ਜੇ ਤੁਸੀਂ ਮੌਤ ਦੇ ਐਂਗਲ ਤੋਂ ਦੇਖਦੇ ਆ ਤਾਂ 6 ਮਹੀਨਿਆਂ ਦੇ ਵਿੱਚ ਤੁਸੀਂ ਚਲਾਨ ਪ੍ਰੈਜ਼ੈਂਟ ਕਰ ਸਕਦੇ ਸੀ, ਅਸਲੀ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜੇ ਕਰ ਸਕਦੇ ਸੀ। ਪਰ ਸਿਰ ਸਾਹਿਬ ਹੋਇਆ ਇਹ ਵੀ ਮੌਜੂਦਾ ਸਰਕਾਰ ਨੇ ਵੀ ਉਸ ਚੀਜ਼ ਤੇ ਲੱਪਾਪੋਚੀ ਕੀਤੀ, ਉਧਰ ਧਿਆਨ ਨਹੀਂ ਦਿੱਤਾ। ਤੇ ਹਾਲਾਂਕਿ ਹੈਰਾਨੀ ਇੱਥੇ ਇਹ ਹੋ ਜਾਂਦੀ ਆ ਬਈ ਹੁਣ ਵੀ ਮੌਜੂਦਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਦੇ ਅਵੇਲੇਬਲ ਨਾਨ ਅਵੇਲੇਬਲ ਬ੍ਰਾਂਟ ਨਿਕਲੇ ਵੇ ਨੇ। ਉਹ ਕਿਹੜੇ ਕੇਸ ਦੇ ਵਿੱਚ ਨਿਕਲੇ ਵੇ ਨੇ? ਜਿਹੜੇ ਕੇਸ ਦੇ ਵਿੱਚ ਉਹਨਾਂ ਨੇ ਹਰੀਕੇ ਦੇ ਜਾ ਕੇ ਉੱਥੇ ਧਰਨਾ ਲਾਇਆ ਹੋਇਆ ਸੀਗਾ ਇਸੇ ਹੀ ਮੌਤਾਂ ਦੇ ਬਰਖਲਾਫ। ਉਹ ਵੀ ਤਾਜ਼ੇ ਨੇ, ਸਾਰਾ ਕੁਝ ਤਾਜ਼ਾ ਨਾ। ਗੱਲ ਕੀ ਵੀ ਸਾਡੀ ਨੀਅਤ ਸਾਫ਼ ਨਹੀਂ ਗੀ, ਅਸੀਂ ਧਰਨੇ ਲਾਉਣ ਜਾਣਦੇ ਹਾਂ, ਅਸੀਂ ਗੱਲ ਕਰਦੇ ਸੀ ਅਸੀਂ ਮਸਲੇ ਚੁਟਕੀਆਂ ਦੇ ਵਿੱਚ ਹੱਲ ਕਰ ਦਾਂਗੇ। ਮੈਨੂੰ ਲੱਗਦਾ ਪੰਜਾਬੀਆਂ ਨੇ ਖੁੱਲ੍ਹੇ ਦਿਲ ਦੇ ਨਾਲ ਵਰਡਿਕਟ ਦਿੱਤਾ। ਆਮ ਆਦਮੀ ਪਾਰਟੀ ਦੀ 92 ML ਕਿਸੇ ਦੀ ਧੌਣ ਸਹਿਣ ਦੀ ਲੋੜ ਨਹੀਂ ਗੀ। ਜੇ ਵਾਕਿਆ ਹੀ ਨੀਅਤ ਸਾਫ਼ ਹੁੰਦੀ, ਜਿਵੇਂ ਮਾਨ ਸਾਹਿਬ ਬਾਰੀ-ਬਾਰੀ ਕਹਿੰਦੇ ਆ, ਤਾਂ ਜਿਹੜਾ ਸ਼ਰਾਬ ਦਾ ਮਸਲਾ ਸੀ ਵਟ ਐਵਰ ਜਿਹੜਾ ਵੀ ਸੀਗਾ, ਕੋਈ ਰਾਜਪੁਰੇ ਵਾਲਾ ਸੀ, ਕੋਈ ਖਨੌਰ ਵਾਲਾ ਸੀ, ਕੋਈ ਕਿੱਥੋਂ ਵਾਲਾ ਵੀ ਸੀਗਾ, ਉਹ MLA ਨੂੰ ਜੇ ਵਾਕਿਆ ਹੀ ਇਹ ਚਾਹੁੰਦੇ ਵੀ ਅਸੀਂ ਪੰਜਾਬ ਦੇ ਵਿੱਚੋਂ ਇਹ ਮਾਫੀਏ ਨੂੰ ਨੱਥ ਪਾਉਣੀ ਆ ਤੇ ਖਤਮ ਕਰਨਾ, ਇੱਕ ਸਟਰੋਂਗ ਮੈਸੇਜ ਦੇਣਾ ਵਾ। ਮਾਫ ਕਰਨਾ, ਮੈਂ ਇੱਥੇ ਐਡ ਆਨ ਕਰਨਾ ਚਾਹੁੰਦਾ ਵਾ, ਵਿਕਰਮ ਮਜੀਠੀਏ ਤੇ FIR ਡਰੱਗ ਮਸਲੇ ਨੂੰ ਲੈ ਕੇ ਇੱਕ ਦਲੇਰਾਨਾ ਕਦਮ ਸੀਗਾ। ਕੌਨਸੀਕੁਐਂਸਿਸ ਕੁਝ ਵੀ ਹੋਣ, ਪਰ ਗਵਰਨਮੈਂਟ ਦੀ ਉਸ ਵੇਲੇ ਦੀ ਜਿਹੜੀ ਸੀਗੀ ਇੱਕ ਰਿਫਲੈਕਸ਼ਨ ਸੀਗੀ ਜਿਹੜੀ ਉਹਨਾਂ ਨੇ ਦੱਸਿਆ। ਪਰ ਜਿਹੜੀ ਮੌਜੂਦਾ ਸਰਕਾਰ ਆ ਇਹ ਜਮਾਂ ਹੀ ਇਹਨਾਂ ਫਰੰਟਾਂ ਤੇ ਫੇਲ ਹੋਈ ਆ, ਚਾਹੇ ਉਹ ਮਾਈਨਿੰਗ ਹੋਵੇ, ਚਾਹੇ ਮਾਫੀਆ ਡਰੱਗ ਮਾਫੀਆ ਹੋਵੇ, ਇਨਕਲੂਡਿੰਗ ਇਹ ਲਿਕਰ ਦਾ ਮਾਫੀਆ ਵੀ ਜਿਹੜਾ ਜੀ ਜੀ ਮਲਹੋਤਰਾ ਜੀ, ਇਸ ਮੁੱਦੇ ਤੇ ਦੇਖੋ ਜਵਾਬਦੇਹੀ ਤਾਂ ਬਣਦੀ ਹੈ, ਖਾਸ ਤੌਰ ਤੇ ਮਹਿਮਾਨਾਂ ਦੇ ਜਦੋਂ ਸਵਾਲ ਉੱਠ ਰਹੇ ਹੈ ਕਿ ਪਿਛਲੀ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ, ਮੌਜੂਦਾ ਸਰਕਾਰ ਨੇ ਜਿਸ ਤਰੀਕੇ ਨਾਲ ਕੇਸ ਨੂੰ ਚਲਾਇਆ, ਜਿਸ ਤਰੀਕੇ ਨਾਲ ਕਾਨੂੰਨੀ ਜਿਹੜੀਆਂ ਤੰਦਾਂ ਪਾਉਣ ਦੀ ਲੋੜ ਸੀ ਉਹਨਾਂ 'ਚ ਕਿਤੇ ਕਮੀਆਂ ਪੇਸ਼ੀਆਂ ਰਹੀਆਂ। ਸੁਪਰੀਮ ਕੋਰਟ ਵੱਲੋਂ ਜੇ ਝਾੜ ਝੰਬ ਕੀਤੀ ਗਈ ਹੈ ਤਾਂ ਇਹ ਤਾਂ ਕੋਈ ਸਧਾਰਨ ਗੱਲ ਹੈ ਨਹੀਂ। ਮੌਜੂਦਾ ਸਰਕਾਰ ਦੀ ਰਿਸਪੌਂਸਿਬਿਲਟੀ ਤਾਂ ਫਿਕਸ ਕੀਤੀ ਜਾਂਦੀ ਹੈ ਕਿ ਕਿਉਂ ਇਸ ਮਾਮਲੇ 'ਚ ਇੰਨੀ ਅਣਗਹਿਲੀ ਜਾਂ ਅਣਦੇਖੀ ਕੀਤੀ ਗਈ ਹੈ। ਖਾਸ ਤੌਰ 'ਤੇ ਉਹ ਸਰਕਾਰ ਜਿੱਦਾਂ ਕਹਿ ਰਿਹਾ ਬਰਾਗੀ ਜੀ ਕਿ ਚੁਟਕੀਆਂ 'ਤੇ ਆਪਾਂ ਕਹਿੰਦੇ ਕਿ ਸਾਰੇ ਮਸਲਿਆਂ ਦਾ ਹੱਲ ਕਰ ਦਿਆਂਗੇ, ਧਰਨੇ ਦਿੱਤੇ ਗਏ ਮੌਜੂਦਾ ਸਪੀਕਰ ਜਿਹੜੇ ਇਸ ਵੇਲੇ ਉਹਨਾਂ ਵੱਲੋਂ ਇਹਨਾਂ ਹੀ ਮੌਤਾਂ ਦੇ ਖਿਲਾਫ ਕਿ ਕਿਉਂ ਹੋਈਆਂ ਇਹ ਮੌਤਾਂ। ਹੁਣ ਜ਼ਿੰਮੇਵਾਰੀ ਤਾਂ ਫਿਰ ਸਵਾਲ ਤਾਂ ਉੱਠਣਗੇ ਨਾ ਮਲਹੋਤਰਾ ਜੀ ਸਰਕਾਰਾਂ ਦੇ ਉੱਤੇ। ਸਿੱਧੂ ਸਾਹਿਬ ਦੇਖੋ, ਸਾਡੀ ਸਰਕਾਰ ਨੂੰ ਆਇਆ 7 ਮਹੀਨੇ ਹੋਏ ਹੈ ਜੀ, ਤੇ 7 ਮਹੀਨਿਆਂ 'ਚ ਬਹੁਤ ਕੰਮ ਕੀਤੇ ਆ ਸਾਡੀ ਸਰਕਾਰ ਨੇ, ਚਾਹੇ ਉਹ ਬਿਜਲੀ ਦੇ ਫਰੰਟ ਤੇ ਹੋਵੇ, ਚਾਹੇ EMPLOYMENT ਦੇ ਫਰੰਟ ਤੇ ਹੋਵੇ, ਚਾਹੇ ਐਗਰੀਕਲਚਰ ਦੇ ਫਰੰਟ ਤੇ ਬੇਨਤੀ ਹੈ ਕਿ ਹੋਵੇ, ਆਪਾਂ ਦੇਖੋ ਮੁੱਦੇ ਤੇ ਗੱਲ ਕਰੀਏ, ਮਾਫੀਆਜ਼ ਦੇ ਫਰੰਟ ਤੇ ਹੋਵੇ, ਹਰ ਫੀਲਡ ਵਿੱਚ, ਚਾਹੇ ਉਹ ਲਿਕਰ ਮਾਫੀਆ, ਚਾਹੇ ਉਹ ਟਰਾਂਸਪੋਰਟ ਮਾਫੀਆ, ਚਾਹੇ ਉਹ ਭੂ ਮਾਫੀਆ ਜਾਂ ਕੋਈ ਵੀ ਮਾਫੀਆ ਹੈਗਾ, ਔਰ ਉਸੇ ਨੂੰ ਐਡਰੈਸ ਕਰਨ ਦੇ ਲਈ, ਉਹਨੂੰ ਬੁਨਿਆਦੀ ਤੌਰ ਤੇ ਖਤਮ ਕਰਨ ਦੇ ਲਈ ਸਾਡੀ ਸਰਕਾਰ ਜਿਹੜੀ ਹੈ ਨਵੀਂ ਐਕਸਾਈਜ਼ ਨੀਤੀ ਲੈ ਕੇ ਆਈ ਸੀ। ਹਾਂ, ਇਹ ਅਸੀਂ ਮੰਨਦੇ ਹਾਂ ਕਿ ਬਿਲਕੁਲ ਇਸ ਪਾਰਟਿਕੂਲਰ ਕੇਸ ਵਿੱਚ ਵੀ ਜਿਹੜਾ ਹੈ ਸਾਡੀ ਸਰਕਾਰ ਵੱਲੋਂ ਹੋਰ ਕੀਤਾ ਜਾਣਾ ਚਾਹੀਦਾ ਸੀ, ਪਰ ਕਿਉਂਕਿ ਸਮਾਂ ਘੱਟ ਸੀਗਾ ਇਸ ਕਰਕੇ ਇਸ ਪਾਰਟਿਕੂਲਰ ਕੇਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਸਕਿਆ। ਲੇਕਿਨ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਲਾਨਾ ਹੈ ਕਿ ਇਸ ਵਿੱਚ ਵੀ ਫਰੈਸ਼ FIR ਜਾਂ ਸਪਲੀਮੈਂਟਰੀ FIR ਜਿਹੜੀ ਹੈ ਉਹ ਦਾਇਰ ਕੀਤੀ ਜਾਏਗੀ ਔਰ ਸਪਲੀਮੈਂਟਰੀ ਜਿਹੜਾ ਚਲਾਨ ਹੈ ਉਹ ਪੇਸ਼ ਕੀਤਾ ਜਾਏਗਾ। ਔਰ ਜਿਹੜੇ ਕਲਪ੍ਰਿਟਸ ਹੈਗੇ ਹੈ, ਸਪੈਸ਼ਲੀ ਜਿਹੜੇ ਕਾਂਗਰਸ ਦੇ MLAs ਹੈਗੇ ਹੈ ਜਿਹੜੇ ਮਾਫੀਆਸ ਚਲਾਉਂਦੇ ਰਹੇ ਹੈ, ਮੈਂ ਕਾਂਗਰਸ ਦੇ ਬੁਲਾਰਾ ਸਾਹਿਬ ਸਾਡੇ ਅਰਸ਼ਪ੍ਰੀਤ ਖੜਿਆਲ ਜੀ ਨੂੰ ਵਿਸ਼ਵਾਸ ਦਿਲਾਨਾ ਹੈ ਕਿ ਜਿਹੜੇ ਤੁਹਾਡੇ MLA ਇਸ ਵਿੱਚ ਇਨਵੋਲਵਡ ਸੀਗੇ ਉਹ ਵੀ ਅੰਦਰ ਹੋਣਗੇ। ਔਰ ਜਿੱਥੇ ਤੱਕ ਨੀਅਤ ਪਹਿਲਾਂ ਇੰਨਾ ਕਿ ਜਵਾਬ ਲੈ ਲਈਏ, ਉਤਰੇ ਫੇਰ ਆ ਜਾਣਾ ਜਵਾਬ ਲੈ ਲਈਏ। ਸ਼ਾਇਦ ਖੜਿਆਲ ਜੀ ਕਾਲੇ ਹੈ ਜਦੋਂ ਉਹਨਾਂ ਦੇ MLA ਨੂੰ ਅੰਦਰ ਕਰਨ ਦੀ ਗੱਲ ਕਰਦੇ ਹੋ। ਇਹ ਸਪਲੀਮੈਂਟਰੀ FIR ਕਿਉਂ ਹੁੰਦੀ ਹੈ ਦੱਸ ਦਿਓ ਸਰ। ਜੀ ਸਪਲੀਮੈਂਟਰੀ FIR ਕਿਉਂ ਹੁੰਦੀ ਹੈ?
ਸਪਲੀਮੈਂਟਰੀ ਉਹ ਐਫਆਈਆਰ ਜਨਾਬ ਕੀ ਹੁੰਦੀ ਮੈਂ ਹੈ? ਵਕੀਲ ਨਹੀਂ ਹੈਗਾ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਐਡੀਸ਼ਨਲ ਕੰਮ ਕਰਨ ਦੀ ਲੋੜ ਪਏਗੀ, ਜੋ ਵੀ ਐਡੀਸ਼ਨਲ ਡਾਕੂਮੈਂਟ ਜਨਰੇਟ ਕਰਨ ਦੀ ਲੋੜ ਪਏਗੀ, ਉਹ ਸਾਡੀ ਸਰਕਾਰ ਕਰੇਗੀ। ਆਈ ਐਮ ਨਾਟ ਅ ਲਾਇਰ, ਠੀਕ ਹੈ? ਡੋਂਟ ਟਰਾਈ ਟੂ ਸ਼ੋ ਯੋਰ ਤੁਸੀਂ ਕਿਵੇਂ ਕਹਿ ਮਸਲਾ ਮਲਹੋਤਰਾ ਸਾਹਿਬ ਵਿਦ ਹੋਲਡਿੰਗ ਹੈਂਡ ਮੈਂ ਇੱਥੇ ਸਬਮਿਟ ਕਰਨਾ ਚਾਹੁੰਦਾ ਤੁਹਾਡੇ ਹੱਕ ਦੀ ਗੱਲ ਕਰ। ਮਸਲਾ ਅਰਸ਼ਦੀਪ ਜੀ, ਮਸਲਾ ਗੰਭੀਰ ਆ, ਆਪਾਂ ਇਹਨੂੰ ਲਾਈਟਲੀ ਨਾ ਲਈਏ। ਤੁਸੀਂ ਇਸ ਚੀਜ਼ ਟਰਮੀਨੋਲੋਜੀ ਨੂੰ ਨਾ ਪਕੜੋ। ਜੇ ਉਹ ਸਬਸੀਕੁਐਂਟ ਜਾਂ ਸੈਕੰਡ ਐਫਆਈਆਰ ਦੀ ਗੱਲ ਕਰਦੇ ਆ, ਆਪਾਂ ਤੁਸੀਂ ਵੀ ਵਕੀਲ ਹੋ, ਹਾਈ ਕੋਰਟ 'ਚ ਦੇਖਦੇ ਆ ਜਦੋਂ ਵਿਜੀਲੈਂਸ ਬਿਊਰੋ ਨੂੰ ਕੇਸ ਜਾਂਦਾ ਵਾ, ਉਹ ਸਬਸੀਕੁਐਂਟ ਐਫਆਈਆਰ ਦਰਜ ਕਰਕੇ ਆਪ ਦੀ ਇਨਵੈਸਟੀਗੇਸ਼ਨ ਸਟਾਰਟ ਕਰ ਸਕਦੇ ਆ। ਹੋ ਸਕਦਾ ਉਹਨਾਂ ਦੀ ਸਲਿੱਪ ਆਫ ਟੰਗ ਹੋਈ ਹੋਵੇ। ਆਪਾਂ ਇਸ ਚੀਜ਼ 'ਚ ਨਾ ਜਾਈਏ। ਬੀ ਸਿੰਸੀਅਰ ਔਨ ਦਾ ਇਸ਼ੂ। ਗੱਲ ਇਹ ਹੈ, ਮੈਂ ਇੱਥੇ ਇੰਟਰਜੈਕਟ ਕਰਾਂ ਬੈਰਾਗੀ ਸਾਹਿਬ, ਗੱਲ ਇਹ ਹੈ ਕਿ ਇੱਥੇ ਜੇ ਸਪਲੀਮੈਂਟਰੀ ਐਫਆਈਆਰ ਕਹੀ ਜਾ ਰਹੀ ਹੈ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਪਲੀਮੈਂਟਰੀ ਐਫਆਈਆਰ ਚਲੋ ਐਨੀ ਹਾਊ ਤੁਸੀਂ ਕਲੀਅਰ ਕਰ ਸਕਦੇ ਹੋ, ਪਰ ਇਸ਼ੂ ਡਿਵਰਟ ਹੋ ਰਿਹਾ ਵਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਆਪਾਂ ਗੱਲ ਕਰ ਲਈਏ, ਮਲਹੋਤਰਾ ਜੀ ਨੂੰ ਆਪਣੀ ਗੱਲ ਮੁਕੰਮਲ ਕਰ ਲੈਣ ਦਿਓ। ਲੋਕਾਂ ਨੂੰ ਮੈਂ ਟਰਮੀਨੋਲੋਜੀ ਵਿੱਚ ਲੋਕਾਂ ਨੂੰ ਜਾਓ ਨਾ ਜੀ, ਇਹ ਦੇਖੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਰਕਾਰ ਦੀ ਮਨਸ਼ਾ ਹੈ ਜਾਂ ਨਹੀਂ ਹੈ। ਜਿਹੜੇ ਬੇਈਮਾਨ ਐਮਐਲਏ ਸੀਗੇ, ਜਿਹੜੇ ਮਾਫੀਆ ਚੱਲਦੇ ਸੀ, ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ। ਪਹਿਲਾਂ ਤਾਂ ਧੰਨਵਾਦ ਤੁਹਾਡਾ, ਤੁਸੀਂ 6 ਤੋਂ ਪਹਿਲੇ ਸੈਗਮੈਂਟ 6 ਮਹੀਨੇ ਕਿਹਾ, ਫਿਰ ਧੰਨਵਾਦ 7 ਮਹੀਨਿਆਂ ਤੇ ਆ ਗਏ, ਐਟਲੀਸਟ ਚੇਂਜ ਤਾਂ ਕੀਤਾ ਬਿਆਨ। ਦੂਜੀ ਗੱਲ ਮਲਹੋਤਰਾ ਸਾਹਿਬ ਜੇ ਵਿੱਚ ਬੋਲੋਗੇ ਫਿਰ ਮੈਂ ਦੇਖ ਲਓ ਤੁਹਾਨੂੰ ਇੰਟਰਪਟ ਕਰੂੰਗਾ ਫਿਰ ਵਾਰ-ਵਾਰ, ਕਿਉਂ ਕਰਦੇ ਹੋ? ਸੋ ਦੂਜੀ ਗੱਲ ਇਹ ਹੈ, ਮੈਂ ਕਿਉਂ ਤੁਹਾਨੂੰ ਇੰਟਰਪਟ ਕੀਤਾ, ਕਿਉਂਕਿ ਪਹਿਲਾਂ ਵੀ ਸਰਕਾਰ ਜਾਣਕਾਰੀ ਨਾ ਹੋਣ ਕਾਰਨ ਐਸੀਆਂ ਚੀਜ਼ਾਂ ਕਹਿ ਦਿੰਦੀ ਹੈ। ਮੈਂ ਨਹੀਂ ਕਰਨਾ, ਉੱਥੇ ਸਾਡੇ ਵਕੀਲਾਂ ਨੇ ਕਰਨਾ, ਏਜੀ ਨੇ ਕਰਨਾ। ਇੱਕ ਮਿੰਟ, ਜਿਹਦੇ ਕਰਕੇ ਲੋਕਾਂ ਨੂੰ ਤੁਸੀਂ ਮਜ਼ਾਕ ਬਣਾ ਰਹੇ ਹੋ, ਤੁਸੀਂ ਇਸ ਡਿਬੇਟ ਦਾ ਮਜ਼ਾਕ ਬਣਾ ਰਹੇ ਹੋ। ਮੈਂ ਨਹੀਂ ਕਰਨਾ ਹੈਗਾ, ਏਜੀ ਨੇ ਕਰਨਾ ਹੈਗਾ। ਆਮ ਆਦਮੀ ਪਾਰਟੀ ਜੇ ਸਾਡਾ ਜ਼ਿਕਰ ਕਰਨਾ ਚਾਹੁੰਦੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਆਮ ਆਦਮੀ ਪਾਰਟੀ ਫੇਲ ਹੁੰਦੀ ਹੈ, ਚਾਹੇ ਉਹ ਲਾਅ ਐਂਡ ਆਰਡਰ ਦਾ ਮਸਲਾ ਹੋਵੇ, ਚਾਹੇ ਉਹ ਗੈਂਗ ਕਲਚਰ ਦਾ ਮਸਲਾ ਹੋਵੇ, ਚਾਹੇ ਉਹ ਗਨ ਕਲਚਰ ਦਾ ਮਸਲਾ ਹੋਵੇ, ਚਾਹੇ ਉਹ ਇਲਿਸਿਟ ਲਿਕਰ ਦਾ ਹੋਵੇ, ਨਜਾਇਜ਼ ਸ਼ਰਾਬ ਦਾ ਹੋਵੇ, ਕਿਸੇ ਦਾ ਵੀ ਹੋਵੇ, ਇਹ ਪੁਰਾਣੀ ਸਰਕਾਰ ਤੇ ਚਲੇ ਜਾਂਦੇ ਹੈ ਵੀ 5 ਸਾਲ ਸਰਕਾਰ ਤੁਹਾਡੀ ਹੈ, ਜ਼ਿੰਮੇਵਾਰੀ ਸਟੇਟ ਦੀ ਤੁਹਾਡੇ ਤੇ ਹੈ। ਜੇ ਤੁਸੀਂ ਕੰਮ ਨਹੀਂ ਕਰੋਗੇ, ਪਹਿਲਾਂ ਦੀ ਸਰਕਾਰ ਦੂਜੀ ਗੱਲ ਇਹ ਹੈ, ਮੇਰੀ ਸੁਣੋ ਹੁਣ, ਆਮ ਆਦਮੀ ਪਾਰਟੀ ਨੇ ਕਿਹਾ, ਆਮ ਆਦਮੀ ਪਾਰਟੀ ਮੇਰੀ ਸੁਣ ਲਓ ਨਾ, ਤੁਸੀਂ ਕਿਹਾ ਵੀ ਐਮਐਲਏ ਨੂੰ ਫੜ ਕੇ, ਤੁਸੀਂ ਕਿ ਐਮਐਲਏਜ਼ ਨੂੰ ਫੜ ਕੇ ਅਸੀਂ ਉਹਨਾਂ ਨੂੰ ਕਲਪਰੇਟ ਸਮਝਦੇ ਆ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ। ਹੁਣ ਪਹਿਲਾਂ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸਰਟੀਫਿਕੇਟ ਦੇ ਦਿੰਦੀ ਹੈ ਫੇਲਿਅਰ ਦਾ, ਸਾਰੀ ਦੁਨੀਆ ਨੂੰ ਪਤਾ ਕਿ ਆਪਣੇ ਆਪ ਨੂੰ ਸਰਟੀਫਿਕੇਟ ਦੇਤਾ ਵੀ ਸਾਡੇ ਤੋਂ 7.5 ਮਹੀਨਿਆਂ ਦੇ ਵਿੱਚ ਹੋਇਆ ਕੁਝ ਨਹੀਂ। ਮਲਹੋਤਰਾ ਜੀ, ਖੜਿਆਲ ਜੀ, ਤੁਹਾਡਾ ਦੋਨਾਂ ਦੀ ਗੱਲ ਆ ਗਈ। ਮਲਹੋਤਰਾ ਜੀ, ਖੜਿਆਲ ਸਾਹਿਬ, ਤੁਹਾਡਾ ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਦੇਖੋ ਅਸੀਂ ਕਾਰਵਾਈ, ਮਲਹੋਤਰਾ ਜੀ, ਤੁਸੀਂ ਕਾਰਵਾਈ ਕਰੋਗੇ, ਤੁਹਾਡਾ ਵਿਊ ਪੁਆਇੰਟ ਵੀ ਆ ਗਿਆ, ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਖੜਿਆਲ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ। ਖੜਿਆਲ ਜੀ, ਤੁਹਾਡੇ ਤੋਂ ਸਵਾਲ ਲੈਣ ਲੱਗਿਆ। ਦੇਖੋ, ਮੋਹਨ ਸ਼ਰਮਾ ਜੀ ਤਾਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ, ਬਰਾਗੀ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ। ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ, ਮਲਹੋਤਰਾ ਜੀ ਦਾ ਆਪਣਾ ਵਿਊ ਪੁਆਇੰਟ ਹੋ ਸਕਦਾ ਹੈ, ਪਰ ਪਿਛਲੀ ਸਰਕਾਰ ਦੇ ਬਾਰੇ 'ਚ ਜਿੱਦਾਂ ਉਹਨਾਂ ਨੇ ਸਾਬਕਾ ਵਿਧਾਇਕਾਂ ਦੀ ਗੱਲ ਕਰ ਰਹੇ ਹੈ, ਜਿਸ ਤਰ੍ਹਾਂ ਆਗੂਆਂ ਦੀ ਗੱਲ ਕਰ ਰਹੇ ਹੈ, ਔਰ ਬਾਰ-ਬਾਰ ਜਿਹੜਾ ਹੈਗਾ ਮਲਹੋਤਰਾ ਜੀ ਕਹਿ ਰਹੇ ਹੈ ਗੱਲ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਛੇਤੀ ਹੋਰ ਕਾਂਗਰਸ ਦੇ ਨੁਮਾਇੰਦਿਆਂ ਨੂੰ ਅੰਦਰ ਕਰਾਂਗੇ। ਕੀ ਲੱਗਦਾ ਹੈ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਕਾਂਗਰਸ ਵੀ ਅੱਜ ਕਟਹਿਰੇ 'ਚ ਖੜੀ ਹੈ, ਬਾਵਜੂਦ ਇਸ ਦੇ ਕਿ ਸੱਤਾ ਤੋਂ ਬਾਹਰ ਹੈ? ਦੇਖੋ, ਮੈਂ ਇੱਕ ਗੱਲ ਸਪਸ਼ਟ ਕਰਦਾ ਸਿੱਧੂ ਸਾਹਿਬ ਕਿ ਕਾਂਗਰਸ ਪਾਰਟੀ ਨੇ ਉਹ ਜਿਹੜੇ ਕਲਪ੍ਰਿਟ ਸੀਗੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ। ਦੇ ਹੈਵ ਬੀਨ ਚਾਰਜ ਸ਼ੀਟਡ। ਜੇ ਸੀਐਮ ਸਾਹਿਬ ਨੇ ਪ੍ਰੋਪਰ ਐਕਸ਼ਨ ਇਹਨਾਂ ਨੂੰ ਲੱਗਦਾ ਨਹੀਂ ਲਿਆ ਤਾਂ ਉਹਨਾਂ ਨੂੰ ਰਿਪਲੇਸ ਕਰਤਾ। ਦੂਜਾ ਐਕਸ਼ਨ। ਹੁਣ ਤੀਜਾ ਐਕਸ਼ਨ ਇਹ ਹੈ ਕਿ ਜਦੋਂ ਸਰਕਾਰ ਬਣ ਗਈ ਸਿੱਧੂ ਸਾਹਿਬ, ਪਹਿਲਾ ਜੋ ਹੋਇਆ ਇਜ਼ ਇਰਰੈਲੇਵੈਂਟ। ਜੋ ਤੁਹਾਡੇ ਮੂਹਰੇ ਹੈ, ਤੁਹਾਨੂੰ ਉਹਦੇ ਨਾਲ ਡੀਲ ਕਰਨਾ ਪੈਣਾ ਹੈ, ਤੁਹਾਨੂੰ ਉਹਦਾ ਸਮਾਧਾਨ ਕੱਢਣਾ ਪੈਣਾ ਹੈ। ਜੇ ਕੋਈ ਇਸ਼ੂ ਹੈ, ਜੇ ਕੋਈ ਵੀ ਇਸ਼ੂ ਹੈ, ਜੇ ਕੋਈ ਵੀ ਪ੍ਰੋਬਲਮ ਹੈ, ਜੇ ਕੋਈ ਵੀ ਮਸਲਾ ਹੈ, ਮੈਂ ਫੇਰ ਆਵਾਂਗਾ ਤੁਹਾਡੇ ਤੇ ਕੋਈ ਦਾ ਵਿਊ ਪੁਆਇੰਟ ਆ ਗਿਆ। ਸਾਹਿਬ 10 ਸੈਕਿੰਡ ਦਿਓ ਮੈਨੂੰ 10 ਸੈਕਿੰਡ ਦਿਓ ਕਾਈਂਡਲੀ। ਮੈਂ ਇਹ ਗੱਲ ਕਹੂੰਗਾ, ਜਦੋਂ ਮਲਹੋਤਰਾ ਸਾਹਿਬ ਕਹਿੰਦੇ ਹੈ ਵੀ ਅਸੀਂ ਕਲਪ੍ਰਿਟਸ ਜੋ ਐਮਐਲਏਜ਼ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ, ਇਹਨਾਂ ਨੇ ਸਰਟੀਫਿਕੇਟ ਦੇਤਾ ਆਪਣੇ ਆਪ ਨੂੰ, ਆਪਣੀ ਪਾਰਟੀ ਨੂੰ, ਵੀ ਅਸੀਂ 7.5 ਮਹੀਨਿਆਂ ਚ ਕਰ ਹੀ ਕੁਝ ਨਹੀਂ ਸਕੇ, ਸਾਡੇ ਤੋਂ ਹੋਇਆ ਹੀ ਕੁਝ ਨਹੀਂ।
ਅਸੀਂ ਬੈਠੇ ਰਹੇ। ਉਹ ਜਨਾਬ ਜਿਹੜੇ 6 ਫੜ ਕੇ ਅੰਦਰ ਕੀਤੇ ਹੋਏ ਹੈ ਭਾਰਤ ਭੂਸ਼ਣ ਆਸ਼ੂ ਤੇ ਤੁਹਾਡਾ ਧਰਮਸੋਤ ਤੇ ਹੋਰ ਜਿਹੜੇ ਹੈ, ਇੱਥੋਂ ਪਤਾ ਲੱਗਦਾ ਹੈ ਇਹਨੇ ਅਫੀਸ਼ੀਅਲ ਨੇ, ਇੱਥੋਂ ਪਤਾ ਲੱਗਦਾ ਹੈ ਤੁਸੀਂ ਕਿ ਆਮ ਆਦਮੀ ਪਾਰਟੀ ਨੂੰ ਭਰੀ ਹੋਈ ਹੈ ਬੇਈਮਾਨਾਂ ਨਾਲ। ਸੋ ਇਹੀ ਤਾਂ ਕੰਸਰਨ ਹੈ। ਪਾਰਟੀ ਭਰੀ ਹੋਈ ਹੈ ਬੇਈਮਾਨਾਂ ਨਾਲ। ਨਾਲੇ ਵਾਰੀ ਮੇਰੀ ਗੱਲ ਸੁਣੋ, ਐਕਸਾਈਜ਼ ਪਾਲਿਸੀ ਮੈਂ ਇੱਕ ਸਵਾਲ ਹੈ ਤੁਹਾਨੂੰ, ਜਿਹੜੀ ਐਕਸਾਈਜ਼ ਪਾਲਿਸੀ ਪੰਜਾਬ ਦੀ ਹੈ ਤੇ ਦਿੱਲੀ ਦੀ ਹੈ, ਕੀ ਉਹ ਰਲਦੀਆਂ ਮਿਲਦੀਆਂ ਹੈ ਕਿ ਨਹੀਂ, ਤੇ ਕੀ ਉਹਦਾ ਇਹ ਅਸਰ ਹੈ ਇਨਵੈਸਟੀਗੇਸ਼ਨ ਤੇ, ਹਾਂ ਜਾਂ ਨਾ? ਆਪਾਂ ਜਵਾਬ ਲੈ ਲਈਏ। ਜਿਹੜੀ ਪਾਲਿਸੀ ਹੈ ਤੁਹਾਡੀ, ਕੀ ਤਾਂ ਕਰਕੇ ਨਹੀਂ ਤੁਸੀਂ ਢਿੱਲ ਵਰਤ ਰਹੇ? ਕੀ ਪੰਜਾਬ ਦੀ ਐਕਸਾਈਜ਼ ਪਾਲਿਸੀ ਕਰਕੇ ਨਹੀਂ ਢਿੱਲ ਵਰਤ ਰਹੇ? ਕੀ ਐਕਸਾਈਜ਼ ਪਾਲਿਸੀ ਕਰਕੇ ਨਹੀਂ ਢਿੱਲ ਵਰਤ ਰਹੇ? ਤੋ ਖੜਿਆਲ ਜੀ, ਹੁਣ ਖੜਿਆਲ ਜੀ, ਮਲਹੋਤਰਾ ਜੀ, ਤੁਹਾਡੀ ਦੋਨਾਂ ਦੀ ਗੱਲ ਆ ਗਈ, ਤੁਹਾਡੀ ਦੋਨਾਂ ਦੀ ਗੱਲ ਆ ਗਈ ਖੜਿਆਲ ਜੀ, ਦੇਖੋ ਤੁਹਾਡੀ ਗੱਲ ਵੀ ਆ ਗਈ ਖੜਿਆਲ ਜੀ। ਮਲਹੋਤਰਾ ਜੀ ਦੇਖੋ, ਆਪਾਂ ਬਹਿਸ ਐਮਐਲਏ ਲੁੱਟ ਕੇ ਖਾ ਗਏ ਪੰਜਾਬ ਨੂੰ। ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈ ਲਈਏ। ਤੁਹਾਡਾ ਆਪਣਾ ਮੇਰੀ ਤੁਸੀਂ ਦੋਨੇ ਮੇਰੇ ਸਤਿਕਾਰਤ ਮਹਿਮਾਨ ਹੋ, ਤੁਹਾਡੀ ਗੱਲ ਆ ਗਈ, ਦੋਨਾਂ ਦਾ ਵਿਊ ਪੁਆਇੰਟ ਆ ਗਿਆ, ਏਦਾਂ ਕੋਈ ਗੱਲ ਸੁਣਾਈ ਨਹੀਂ ਦੇਗੀ। ਨੂੰ ਇਹ ਭੁੱਲ ਗਏ ਨੇ ਵੀ ਆਪਦੇ ਮੰਤਰੀ ਨੂੰ ਤਾਰਨਾ ਪਿਆ ਸੀ ਕਰਪਸ਼ਨ ਕਰਕੇ ਮੰਤਰੀ ਪਦ ਤੋਂ। ਓਕੇ, ਆਪਾਂ ਫਿਰ ਮੌਕਾ ਦੇਾਂਗੇ ਖੜਿਆਲ ਸਾਹਿਬ, ਫਿਰ ਮੌਕਾ ਦੇਾਂਗੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵਿਊ ਪੁਆਇੰਟ ਆ ਗਿਆ। ਦਰਾਰੀ ਸਾਹਿਬ ਅਸੀਂ ਤਾਂ ਆਪਣਾ ਫੜਿਆ, ਤੁਹਾਡੇ ਹੈ ਹਿੰਮਤ। ਮਲਹੋਤਰਾ ਜੀ ਤੁਹਾਡੀ ਗੱਲ ਆ ਗਈ, ਹੁਣ ਆਪਾਂ ਜਾਣ ਦਿਓ। ਮਲਹੋਤਰਾ ਜੀ ਤੁਹਾਡੀ ਗੱਲ ਆ ਗਈ। ਮਲਹੋਤਰਾ ਜੀ, ਖੜਿਆਲ ਸਾਹਿਬ ਦੇਖੋ, ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਬਾਕੀ ਮਹਿਮਾਨ ਵੀ ਤੁਹਾਡੇ ਨਾਲ ਜੁੜੇ ਹੋਏ ਹੈ। ਮਲਹੋਤਰਾ ਜੀ, ਖੜਿਆਲ ਸਾਹਿਬ, ਮੈਂ ਮਾਫੀ ਚਾਹਾਂਗਾ, ਮੈਂ ਫਿਰ ਮੌਕਾ ਦਿਆਂਗਾ, ਆਪਾਂ ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲਈਏ ਜੀ। ਮੋਹਨ ਸ਼ਰਮਾ ਜੀ, ਇਸ ਮੁੱਦੇ ਤੇ ਮੈਂ ਜਿਹੜੀ ਤੁਹਾਡੇ ਤੋਂ ਸਵਾਲ ਲੈ ਰਿਹਾ, ਜੋ ਸੁਪਰੀਮ ਕੋਰਟ ਦਾ ਇਸ਼ੂ ਹੈ, ਜਦੋਂ ਕਾਰਵਾਈਆਂ ਨਹੀਂ ਹੁੰਦੀਆਂ, ਚਾਹੇ ਪਿਛਲੀ ਸਰਕਾਰ ਹੈ ਜਾਂ ਮੌਜੂਦਾ ਸਰਕਾਰ ਹੈ, ਕੀ ਲੱਗਦਾ ਕਿ ਜਿਹੜੇ ਨਜਾਇਜ਼ ਕਾਰੋਬਾਰ ਕਰਨ ਵਾਲੇ ਲੋਕ ਹੈ, ਉਹਨਾਂ ਨੂੰ ਉਤਸ਼ਾਹ ਜਾਂ ਹੌਸਲੇ ਮਿਲਦੇ ਆ ਕਿ 100 ਸਵਾ 100 ਲੋਕ ਆਪਣੀ ਜਾਨ ਗਵਾ ਦਿੰਦੇ ਆ, ਕਾਰਵਾਈ ਤਾਂ ਕੋਈ ਹੁੰਦੀ ਨਹੀਂ। ਪਹਿਲਾਂ ਹੇਠਲੀ ਅਦਾਲਤ, ਫਿਰ ਹਾਈ ਕੋਰਟ, ਫਿਰ ਸੁਪਰੀਮ ਕੋਰਟ, ਔਰ ਸੁਪਰੀਮ ਕੋਰਟ ਜੀ ਪਤਾ ਨਹੀਂ ਕਿੰਨੇ ਤੱਕ ਚੱਲੇਗਾ। ਔਰ ਇਹ ਵੀ ਹਰ ਇੱਕ ਦੀ ਕਿਸਮਤ 'ਚ ਨਹੀਂ ਹੁੰਦਾ ਕਿ ਪ੍ਰਸ਼ਾਂਤ ਭੂਸ਼ਣ ਵਰਗੇ ਐਡਵੋਕੇਟ ਜਿਹੜਾ ਉਹਨਾਂ ਕੇਸਾਂ ਨੂੰ ਲੜਨ। ਇਹੋ ਜਿਹੀ ਸਥਿਤੀ ਦਾ ਆਮ ਲੋਕਾਂ ਤੇ, ਸਧਾਰਨ ਲੋਕਾਂ ਦੇ, ਜਨ ਸਧਾਰਨ 'ਤੇ ਕੀ ਅਸਰ ਪੈਂਦਾ? ਕਿਉਂਕਿ ਅਸੀਂ ਬਦਨਾਮ ਬਹੁਤ ਕਰਦੇ ਹਾਂ ਪੰਜਾਬੀਆਂ ਨੂੰ ਕਿ ਸ਼ਰਾਬ ਬਹੁਤ ਪੀਂਦੇ ਆ, ਨਸ਼ਾ ਬਹੁਤ ਕਰਦੇ ਆ। ਕਿ ਇਹੋ ਜਿਹੀਆਂ ਪ੍ਰਸਥਿਤੀਆਂ ਵੀ ਹੈ ਜਿਹੜੀਆਂ ਪੰਜਾਬ ਨੂੰ ਇਸ ਪਾਸੇ ਨੂੰ ਧੱਕ ਕੇ ਲਿਜਾ ਰਹੀਆਂ? ਸ਼ਰਮਾ ਜੀ, ਬੜਾ ਗੰਭੀਰ ਪ੍ਰਸ਼ਨ ਕੀਤਾ ਹੈ ਤੁਸੀਂ ਸਿੱਧੂ ਸਾਹਿਬ। ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਦੋਨਾਂ ਸਿਆਸੀ ਆਗੂਆਂ ਦੇ ਮੈਂ ਵਿਚਾਰ ਸੁਣੇ ਨੇ, ਇੱਕ ਦੂਜੇ ਤੇ ਕਿੰਤੂ ਪਰੰਤੂ ਕੀਤਾ ਗਿਆ, ਪਰ ਲੋਕਾਂ ਦੀ ਦੁੱਖ ਦੀ ਅੱਗ ਨੂੰ ਨਹੀਂ ਛੇੜਿਆ ਗਿਆ। ਹੁਣ ਜੇ ਅਸੀਂ ਗੱਲ ਕਰਾਂਗੇ ਤਾਂ ਜੇ ਨਸ਼ਿਆਂ ਨੂੰ ਉਤਸ਼ਾਹਿਤ ਕਰਦਾ, ਕੋਈ ਵੀ ਕਰਦਾ, ਕੋਈ ਵੀ ਸਿਆਸੀ ਪਾਰਟੀ ਕਰਦੀ ਹੈ, ਉਹਨਾਂ ਦੀ ਰੱਖਿਆ ਕਰਦੀ ਹੈ, ਸਾਧਨ ਉਪਲਬਧ ਕਰਦੀ ਹੈ, ਤਾਂ ਇਹ ਜਿਹੜੇ ਸਾਰੇ ਕੰਮ ਨੇ ਤੱਥਾਂ ਦੇ ਆਧਾਰ ਤੇ, ਤਰਕ ਦੇ ਆਧਾਰ ਤੇ ਅਪਰਾਧਿਕ ਸ਼੍ਰੇਣੀ ਚ ਆਉਂਦਾ। ਤੇ ਜਿਹੜਾ ਕੁਝ ਅਪਰਾਧਿਕ ਸ਼੍ਰੇਣੀ ਚ ਆਉਂਦਾ ਉਹ ਸਦਾਚਾਰ ਦੇ ਪੱਖ ਤੋਂ ਜਾਇਜ਼ ਨਹੀਂ ਹੈ, ਨਜਾਇਜ਼ ਹੈ। ਤੇ ਜੇ ਸਦਾਚਾਰ ਦੇ ਪੱਖ ਤੋਂ ਨਜਾਇਜ਼ ਹੈ ਤਾਂ ਫਿਰ ਸਿਆਸਤ ਦੇ ਪੱਖ ਤੋਂ ਨਜਾਇਜ਼ ਤਾਂ ਹੋਣੀ ਹੋਣਾ, ਪਹਿਲੀ ਗੱਲ। ਦੂਜੀ ਗੱਲ ਮੈਂ ਕਹਾਂਗਾ, ਹੁਣ ਦੀ ਗੱਲ ਵੀ ਜੇ ਮੈਂ ਬੀਤੇ ਸਮੇਂ ਦੀ ਗੱਲ ਨੂੰ ਵਰਤਮਾਨ ਨਾਲ ਜੋੜਦਾ ਤਾਂ ਜਿਹੜੀ ਗਲਾਸੀ ਤੇ ਗਲਾਸੀ ਦਾ ਮੇਲ ਹੈ ਨਾ, ਇਸ ਨੇ ਜਵਾਨੀ ਨੂੰ ਵੀ ਕਿਸਾਨੀ ਨੂੰ ਨਿਗਲਿਆ ਦੋਨਾਂ ਨੂੰ। ਤੇ ਜੇ ਮੈਂ ਅੰਕੜਾਂ ਦੀ ਗੱਲ ਨਾਲ ਕਰ ਦੇਵਾਂ, ਭਾਈ ਸਾਹਿਬ ਦੋਨਾਂ ਵਾਸਤੇ ਗੱਲ ਕਰ ਦੇਵਾਂ, ਇਸ ਵੇਲੇ ਵੀ ਇਸ ਗਲਾਸੀ ਤੇ ਗਲਾਸੀ ਦੇ ਮੇਲ ਦੇ ਕਾਰਨ 60% ਤਾਂ ਦੁਰਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ, 90% ਤੇਜ਼ ਧਾਰ ਹਥਿਆਰਾਂ ਨਾਲ ਹਮਲੇ ਹੋ ਰਹੇ ਨੇ, 90% ਬਲਾਤਕਾਰ ਹੋ ਰਹੇ ਨੇ, 74% ਡਕੈਤੀਆਂ ਸਭ ਦੇ ਸਾਹਮਣੇ ਆ ਰਹੀਆਂ ਨੇ, 80% ਦੁਸ਼ਮਣੀ ਕੱਢਣ ਵਾਲੇ ਹਮਲੇ ਸਾਹਮਣੇ ਆ ਰਹੇ ਨੇ, ਜਿਹੜੇ ਲੋਕਾਂ ਦਾ ਜਿਨ੍ਹਾਂ ਨੇ ਝੂਮਰ ਕੱਢਿਆ। ਦੂਜੀ ਗੱਲ ਮੈਂ ਕਹਾਂਗਾ ਕਿ ਜਿਹੜਾ ਕੁਛ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਨਾ, ਜੇ ਦੂਜੇ ਪਾਸੇ ਅਸੀਂ ਔਰਤਾਂ ਵਾਲੇ ਪਾਸੇ ਵੀ ਗੱਲ ਕਰ ਲਈਏ, ਮੈਂ ਗੱਲ ਬੜੇ ਗੰਭੀਰ ਹੋ ਕੇ ਗੱਲ ਕਰ ਰਿਹਾ, ਸਿਆਸਤ ਦੇ ਪੱਖ ਤੋਂ ਉੱਪਰ ਉੱਠ ਕੇ, ਕਿ ਇਸ ਵੇਲੇ ਉਹ ਪੱਖ ਵੀ ਸਾਡੇ ਸਾਹਮਣੇ ਆ ਰਿਹਾ ਹੈ ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਜਾਨ। ਉਹਨਾਂ ਦੀ ਚਿੰਤਾ ਕਰੋ, ਜਿਹੜੀਆਂ ਜਵਾਨ ਕੁੜੀਆਂ ਨੇ ਜਿਹੜੀਆਂ ਨਸ਼ੇ 'ਚ ਧੁੱਤ ਹੋ ਕੇ ਸੜਕਾਂ ਤੇ ਰੋ ਰਹੀਆਂ ਨੇ, ਉਹਨਾਂ ਦੇ ਬਾਰੇ ਕੋਈ ਸੋਚਿਆ? MSc ਕਰ ਰਹੀਆਂ ਕੁੜੀਆਂ ਨਸ਼ਾ ਵੇਚ ਰਹੀਆਂ ਨੇ, ਸਾਡੇ ਸਾਹਮਣੇ ਪੁਲਿਸ ਸਰਕਾਰ ਹੈ, ਉਹਨਾਂ ਦੇ ਬਾਰੇ ਕੋਈ ਕਿੰਤੂ ਪ੍ਰੰਤੂ ਹੋਇਆ? ਜੀ ਸ਼ਰਮਾ ਜੀ, ਧੰਨਵਾਦ, ਤੁਹਾਡਾ ਵਿਊ ਪੁਆਇੰਟ ਆ ਗਿਆ। ਸ਼ਰਮਾ ਜੀ, ਆਪਣੇ ਕੋਲ ਸਮੇਂ ਦੀ ਮਜਬੂਰੀ ਹੈ, ਮੈਂ ਬਾਕੀ ਮਹਿਮਾਨਾਂ ਤੋਂ ਵੀ ਕਮੈਂਟ ਲੈਣਾ, ਬਹੁਤ ਵੱਡਾ ਕਮੈਂਟ ਆ ਤੁਹਾਡਾ। ਬਰਾਕੀ ਸਾਹਿਬ, ਇਸੇ ਮਾਮਲੇ ਤੇ ਕਮੈਂਟ ਮੈਂ ਤੁਹਾਡੇ ਤੋਂ, ਕਿ ਜਦੋਂ ਨਿਆਂ ਜਾਂ ਇਨਸਾਫ ਨਹੀਂ ਮਿਲਦਾ, ਕਿਹਾ ਜਾਂਦਾ ਕਿ ਜਿਹੜੀ ਦੇਰੀ ਹੈ ਉਹ ਵੀ ਆਪਣੇ ਆਪ 'ਚ ਅਨਿਆਂ ਹੁੰਦਾ, ਔਰ ਉਹਨਾਂ ਲੋਕਾਂ ਨੂੰ ਉਤਸ਼ਾਹਿਤ ਹੋਣ ਦਾ ਮੌਕਾ ਮਿਲਦਾ ਜਿਹੜੇ ਇਹੋ ਜਿਹੇ ਕਾਰੇ ਕਰਦੇ ਹੈ। ਕੀ ਲੱਗਦਾ ਕਿ ਇਦਾਂ ਦੀ ਦੇਰੀ ਵੀ ਇੱਕ ਵੱਡੀ ਵਜ੍ਹਾ ਹੈਗੀ ਹੈ ਜਦੋਂ ਕਾਰਵਾਈ ਨਹੀਂ ਕੀਤੀਆਂ ਜਾਂਦੀਆਂ? ਚਾਹੇ ਡਰੱਗ ਦੀ ਗੱਲ ਕਰ ਲਈਏ, ਚਾਹੇ ਨਜਾਇਜ਼
ਸ਼ਰਾਬ ਦੀ ਗੱਲ ਕਰ ਲਈਏ, ਇਹ ਧੰਦਾ ਕਰਨ ਵਾਲੇ ਲੋਕ ਹੋਰ ਪ੍ਰਫੁੱਲਤ ਹੁੰਦੇ ਆ। ਬੜਾ ਗੰਭੀਰ ਮਸਲਾ ਸਿੱਧੂ ਸਾਹਿਬ, ਮੈਨੂੰ ਲੱਗਦਾ ਮੈਂ ਨਿਆਂ ਨਹੀਂ ਕਰੂੰਗਾ ਜੇ ਮੈਂ ਕੁਛ ਆਪਦੇ ਮਨ ਦੀਆਂ ਗੱਲਾਂ ਇੱਥੇ ਡਿਲੀਵਰ ਨਾ ਕਰਾਂ। ਸੰਖੇਪ 'ਚ ਮੇਰੀ ਮਜਬੂਰੀ ਵੀ ਹੈ। ਸੰਖੇਪ ਨੂੰ ਤੁਸੀਂ ਐਕਸਟੈਂਡ ਕਰ ਲਿਓ 2-4 ਮਿੰਟ, ਕੁਛ ਨਹੀਂ ਹੁੰਦਾ। 2000 ਮਿੰਟ ਬਹੁਤ ਲੱਗਦਾ ਵਧੀਆ। ਸ਼ਰਮਾ ਜੀ ਮੇਰੀ ਇਸ ਗੱਲ ਨਾਲ ਇਤਫਾਕ ਰੱਖਦੇ ਹੋਣਗੇ, ਪੰਜਾਬ ਦੇ ਕਈ ਘਰ ਨਜਾਇਜ਼ ਸ਼ਰਾਬ ਤੋਂ ਚੱਲਦੇ ਨੇ। ਕਿ ਗਵਰਨਮੈਂਟ ਨੂੰ ਨਹੀਂ ਪਤਾ, ਕਿ ਲੋਕਲ ਐਮਐਲਏਜ਼ ਨੂੰ ਨਹੀਂ ਪਤਾ, ਕਿ ਲੋਕਲ ਐਮਐਲਏਜ਼ ਬੂਸਟਿੰਗ ਨਹੀਂ ਕਰਦੇ, ਕਿ ਲੋਕਲ ਐਮਐਲਏਜ਼ ਉਹਨਾਂ ਨੂੰ ਸ਼ੈਲਟਰ ਨਹੀਂ ਦਿੰਦੇ, ਕਿ ਉਹ ਲੋਕਲ ਐਮਐਲਏਜ਼ ਦੇ ਜਾਂ ਹਾਈ ਪ੍ਰੋਫਾਈਲ ਲੋਕਾਂ ਦੀਆਂ ਪਾਰਟੀਆਂ ਦੇ ਵਿੱਚ ਉਹ ਇਲਿਸਿਟ ਲਿਕਰ ਡਿਲੀਵਰ ਨਹੀਂ ਕਰਦੇ, ਕਿ ਇਹ ਪੁਲਿਸ ਵਾਲਿਆਂ ਤੋਂ ਅਣਡਿੱਠੀਆਂ ਗੱਲਾਂ। ਸਵਾਲ ਬਹੁਤ ਨੇ, ਉਮੀਦਾਂ ਸੀ, ਹੈਗੀਆਂ ਵੀ ਆ। ਹੋਪ ਤੇ ਇਨਸਾਨ ਜਿਉਂਦਾ ਵੀ ਪੰਜਾਬ ਸੁਨਹਿਰਾ ਪੰਜਾਬ ਬਣੂਗਾ। ਹਾਂ, ਸਾਨੂੰ ਦਿੱਲੀ ਓਰੀਐਂਟਡ ਕੁਛ ਨਹੀਂ ਚਾਹੀਦਾ, ਸਾਨੂੰ ਹਰ ਮੋੜ ਤੇ ਬਾਹਰ ਨਹੀਂ ਚਾਹੀਦੀ, ਸਾਨੂੰ ਇੱਥੇ ਸ਼ਰਾਬ ਦੇ ਠੇਕਿਆਂ ਦਾ ਜਾਂ ਐਕਸਾਈਜ਼ ਦੀ ਪਾਲਿਸੀ ਤੋਂ ਆਈ ਇਨਕਮ ਦਾ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਅਸੀਂ ਉਹ ਨਮੂਨਾ ਪੇਸ਼ ਕਰੀਏ ਵੀ ਪੰਜਾਬ ਵੀ ਇੰਨੀ ਖਪਤ ਕਰਦੇ ਨੇ ਤੇ ਇਸ ਨਾਲ ਸਾਡਾ ਇੰਨਾ ਰੈਵਨਿਊ ਜਨਰੇਟ ਹੁੰਦਾ। ਪੰਜਾਬ ਇਹ ਚਾਹੁੰਦਾ ਤੁਸੀਂ ਵੇਚੋ, ਪੀਂਦੇ ਆ ਲੋਕੀ ਪੀਂਦੇ ਆ, ਪਰ ਉਹਨੂੰ ਕੋਈ ਸਿਸਟਮ ਪ੍ਰੋਪਰ ਬਣਾਓ। ਕਿਸੇ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਜਾਓ। ਆਪਾਂ ਜਵਾਬ ਲੈ ਲਈਏ। ਜੀ ਮਲਹੋਤਰਾ ਜੀ, ਸਮਾਂ ਵੀ ਬਹੁਤ ਘੱਟ ਹੈ ਪਰ ਜਵਾਬ ਜ਼ਰੂਰ ਮੰਗਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹੈ ਕਿ ਇਹ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ, ਚਾਹੇ ਨਜਾਇਜ਼ ਸ਼ਰਾਬ ਆ, ਚਾਹੇ ਡਰੱਗ ਹੈ, ਇਹਦੇ ਤੋਂ ਨਿਜਾਤ ਮਿਲੇਗੀ ਪੰਜਾਬੀਆਂ ਨੂੰ। ਭਰੋਸਾ ਚਾਹੁੰਦੇ ਆ ਤੁਹਾਡੇ ਕੋਲੋਂ, ਅਮਲ ਬਾਅਦ 'ਚ ਦੇਖਿਆ ਜਾਏਗਾ। ਸਿੱਧੂ ਸਾਹਿਬ ਬਿਲਕੁਲ 200% ਸਾਡੀ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈਗੀ ਹੈ। ਤੁਸੀਂ ਦੇਖਿਆ ਅਸੀਂ ਐਕਸਾਈਜ਼ ਪਾਲਿਸੀ ਚੇਂਜ ਕੀਤੀ ਹੈਗੀ ਹੈ। ਪੰਜਾਬ ਪੁਲਿਸ ਬਹੁਤ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ, ਚਾਹੇ ਉਹ ਨਸ਼ੇ ਹੈਗੇ ਹੈ, ਚਾਹੇ ਸ਼ਰਾਬ ਹੈਗੀ ਹੈ, ਚਾਹੇ ਇਸ ਤਰ੍ਹਾਂ ਦੇ ਕੇਸ ਹੈ ਜਿਸ ਦੇ ਵਿੱਚ ਸੈਂਕੜੇ ਲੋਕ ਮਾਰੇ ਗਏ। ਓਕੇ, ਥੈਂਕ ਯੂ। ਆਪਾਂ ਵਿਰੋਧੀ ਧਿਰ ਦੀ ਨੁਮਾਇੰਦਗੀ ਕਰ ਰਹੇ ਉਹਨਾਂ ਨੂੰ ਇਨਸਾਫ। ਆਪਾਂ ਖੜਿਆਲ ਜੀ ਤੋਂ ਜਵਾਬ ਲੈ ਲਈਏ। ਥੈਂਕ ਯੂ ਖੜਿਆਲ ਸਾਹਿਬ। ਲਾਸਟ ਕਮੈਂਟ ਜਿਹੜਾ ਇਸ ਤੋਂ ਬਾਅਦ ਆਪਾਂ ਬਹਿਸ ਨੂੰ ਸਮੇਟਾਂਗੇ। ਮੇਰਾ ਇੰਨਾ ਹੀ ਕਹਿਣਾ ਹੈ ਕਿ ਪੰਜਾਬ ਤੇ ਪੰਜਾਬ ਦੀ ਛਵੀ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਇਨਐਕਸਪੀਰੀਅੰਸ ਕਰਕੇ, ਇਨਐਕਸ਼ਨ ਕਰਕੇ। ਜੋ ਫਟਕਾਰ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਲਾਈ ਹੈ, ਪੰਜਾਬ ਸਰਕਾਰ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਹੈ। ਤੁਹਾਡੀ ਬੇਈਮਾਨੀ ਨੂੰ ਲਾਈ ਹੈ ਫਟਕਾਰ, ਕਾਂਗਰਸ ਸਰਕਾਰ ਦੀ ਬੇਈਮਾਨੀ ਨੂੰ ਲਾਈ ਹੈ, ਸਾਡੀ ਸਰਕਾਰ ਨੂੰ ਨਹੀਂ ਲਾਈ। ਆਪਦੇ ਕੰਮਾਂ ਨੂੰ ਕਾਂਗਰਸ ਸਰਕਾਰ ਦੀ ਬੇਈਮਾਨੀ ਨੂੰ ਲਾਈ ਹੈ ਫਟਕਾਰ। ਜਿਹੜੇ ਤੁਸੀਂ ਆਪਣੇ ਐਮਐਲਏ ਛੱਡਤੇ, ਪੰਜਾਬ ਦੇ ਵਿੱਚ ਰਹਿਣਾ, ਜਿਹੜੇ ਆਪਣੇ ਐਮਐਲਏ ਛੱਡਤੇ, ਉਸ ਕਰਕੇ ਫਟਕਾਰ ਪਈ ਹੈ। ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਹੈ ਤਾਂ ਫਟਕਾਰ ਲੱਗਦੀ ਹੈ। ਆਮ ਆਦਮੀ ਪਾਰਟੀ ਗੁਜਰਾਤ 'ਚ ਹੈ ਤਾਂ ਪੰਜਾਬ ਨੂੰ ਫਟਕਾਰ ਲੱਗਦੀ ਹੈ। ਆਮ ਆਦਮੀ ਪਾਰਟੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕਰ ਰਹੀ। ਆਪਾਂ ਕਿਤੇ ਫੇਰ ਇਸ ਬਹਿਸ ਦਾ ਵਿਸ਼ਾ ਬਣਾਵਾਂਗੇ ਜਿਹੜਾ। ਜੀ ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵੱਡਾ ਮੁੱਦਾ ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ, ਸਾਡੇ ਮਹਿਮਾਨਾਂ ਨੇ ਵੀ ਖੁੱਲ੍ਹ ਕੇ ਆਪਣੇ ਵਿਊ ਪੁਆਇੰਟ ਜਿਹੜੇ ਵਿਚਾਰ ਆ ਰੱਖੇ ਹੈ। ਸੁਪਰੀਮ ਕੋਰਟ ਨੇ ਜਿਹੜੀ ਫਟਕਾਰ ਲਾਈ ਹੈ, ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਿਉਂ ਨਹੀਂ ਹੋ ਰਹੀ ਕਾਰਵਾਈ, ਮੌਜੂਦਾ ਸਰਕਾਰ ਤੇ ਤਾਂ ਸਵਾਲ ਉੱਠ ਹੀ ਰਹੇ ਹੈ। ਪਰ ਇਸ ਦੇ ਨਾਲ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਵੀ ਪੋਚੇ ਨਹੀਂ ਫੇਰੇ ਜਾ ਸਕਦੇ। ਪੰਜਾਬੀ ਕਰਨਗੇ ਫੈਸਲਾ ਕੌਣ ਸਹੀ ਤੇ ਕੌਣ ਗਲਤ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਇਹ ਜ਼ਰੂਰ ਹੈ ਆਏ ਮਹਿਮਾਨਾਂ ਦਾ ਧੰਨਵਾਦੀ ਹਾਂ, ਤੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।